ਜਿਹੜਾ ਬੱਚੇ ਦੀ ਜਿਹੜੀ ਸ਼ਖਸੀਅਤ ਹੈ ਉਹਦਾ ਵਿਕਾਸ ਸਹੀ ਢੰਗ ਨਾਲ ਤਾਂ ਹੀ ਹੁੰਦਾ ਹੈ ਜੇ ਉਹਦੀ ਜਿਹੜੀ ਵਿੱਦਿਆ ਹੈ ਉਸ ਨੂੰ ਉਹਦੀ ਮਾਂ ਬੋਲੀ 'ਚ ਦਿੱਤੀ ਜਾਵੇ। ਵਿੱਦਿਆ ਤਾਂ ਕੀ ਮਾਂ ਬੋਲੀ 'ਚ ਦੇਣੀ, ਉੱਥੇ ਮਾਂ ਬੋਲੀ ਜਿਹੜੀ ਬੋਲਣੀ ਵੀ ਜਿਹੜੀ ਬੰਦ ਕੀਤੀ ਹੋਈ ਹੈ। ਕਈ ਇਹੋ ਜਿਹੇ ਸਕੂਲ ਹੈ ਉੱਥੇ ਜੁਰਮਾਨਾ ਹੋ ਜਾਂਦਾ ਜੇ ਕੋਈ ਬੱਚਾ ਆਪਣੀ ਮਾਂ ਬੋਲੀ 'ਚ ਗੱਲ ਕਰੇ। ਵੱਡੀ ਬਹੁ ਗਿਣਤੀ ਜਿਹੜੀ ਹੈ ਉਹ ਜਾ ਕੇ ਉੱਥੇ ਦਿਹਾੜੀਦਾਰ ਬਣ ਰਹੀ ਹੈ। ਮਤਲਬ ਉਹ ਕੋਈ ਇਹੋ ਜਿਹੇ ਕੰਮ ਨਹੀਂ ਕਰ ਰਹੇ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਕੋਈ ਅੱਛੀ ਮਤਲਬ ਜਿਹੜੀ ਐਜੂਕੇਸ਼ਨ ਦੀ ਲੋੜ ਹੈ ਜਿਹਦੇ ਵਿੱਚ। ਕੱਲੇ ਇੰਗਲੈਂਡ में अंग्रेजी पढ़ाई जा रही है उन्होंने का अपना आप उन्होंने गुलाम रहे आप भी आप मिलता लगा जिस तरह था मैं लिखा भी आप एक बस्ती इंग्लैंड की अमरीका की कह लो। पर यूरोप के किसी मुल्क में फ्रांस है जर्मनी है कोई अंग्रेजी नहीं पढ़ नहीं दिंदा। वो रूस अंग्रेजी नहीं बोल रहा, ये अंग्रेजी बोलने वाले मुल्क ने ये कुट खा रहे हैं। मतलब अमरीका या इंग्लैंड है या अंग्रेजी बोलने वाले देश है उन्होंने का जो रसूख है जी वो दुनिया से घट रहा, उन्होंने जी चौधर है घट रही है। इसका मतलब तो ये भी है सब तो बड़ा भी आप अपने विरसे ते बुनकरां ते पिठ दे रहे हो सारे कासे नूं। ਜਿਹੜਾ ਬੰਦਾ ਮਾਂ ਬੋਲੀ ਨੂੰ ਛੱਡ ਗਿਆ ਉਹ ਮਤਲਬ ਉਹ ਗੁਲਾਮ ਹੀ ਬਣ ਸਕਦਾ ਹੈ, ਉਹ ਆਜ਼ਾਦ ਨਹੀਂ ਬਣ ਸਕਦਾ, ਉਹ ਸ਼ੇਰ ਨਹੀਂ ਬਣੇਗਾ, ਉਹ ਭੇਡ ਹੀ ਬਣੇਗਾ। ਮੈਂ ਟੌਪ ਕੀਤਾ ਅੰਗਰੇਜ਼ੀ ਬੋਲੀ 'ਚ ਤਾਂ ਮੈਂ ਅੰਗਰੇਜ਼ੀ ਦਾ ਲੇਖਕ ਵੀ ਹਾਂ, ਮੈਂ ਅੰਗਰੇਜ਼ੀ ਕਿਤਾਬਾਂ ਲਿਖੀਆਂ। ਲੇਕਿਨ ਸਵਾਲ ਇਹ ਹੈਗਾ ਕਿ ਅੰਗਰੇਜ਼ੀ ਬੋਲੀ ਨੂੰ अपनी माँ बोली की जगह देनी जी ये मैं कदे पंजाब में हो रहा सारा कुछ इस दे मैं खिलाफ हाँ। कामरेडा ने कदे पंजाब के विच नारा लाया था भी सिक्ख्या दिओ सारिਆਂ ਨੂੰ, सिक्ख्या इनकलाब लियाएगी, पढ़ लिख के बंदे बहुत सियाणे समझदार बनेंगे। पर अज पंजाब में जी सच्चाई है सब तो बड़ी भी स्कूल खुले हुए हैं, हज़ारां लखां न्याणा उन्होंने के पढ़ रहा, मकाले मारका सिक्ख्या पढ़ाई जा रही है। अंग्रेजी दुनिया की सब तो उच्ची सुच्ची जबान है। थारा मारा जिहड़ा सारा कुछ है, हमें जिहड़ा बैठना उठना हंसना रोना सत श्री अकाल नमस्ते अस्सलाम वालेकुम सारा इतराज योग है। विश करना सब तो सियाणे समझदार बंदे की निशानी है। सो सिक्ख्या के राही किस तरह गुलाम बना लिया गया लोगों को, तो लोग खुद गुलामी के विच मान महसूस कर रहे हैं। आज उसे के बारे में बातें करेंगे। मैं पटियाले के विच इस टाइम उरा बड़ा कमाल का नज़ारा है, कोयलां बोल रही चिड़ियाँ तोते। डॉक्टर सबराज सिंह जिहड़े कि दिल के रोगों के माहिर हैं, पंजाब के मसलों पर बहुत लंबे समय से लिख रहे हैं बोल रहे हैं। उन्होंने जानेंगे भी सिक्ख्या गल किस तरह बंदियां नूं गुलाम बना लिया गया, तो बंदे उसके विच ही जिहड़ा है खुशियां मना रहे हैं। डॉक्टर साहब क्या कहना चाहेंगे, जिहड़ा हमें दसो माड़ा जिहा मकाले तो शुरू करें आपां पहला बात कर रहे थे। देखो ਜਿਹੜਾ ਹਿੰਦੁਸਤਾਨ ਦਾ ਜਿਹੜਾ ਵਿਦਿਅਕ ਢਾਂਚਾ ਹੈਗਾ, ਜਿਹੜਾ ਮੌਜੂਦਾ ਵਿਦਿਅਕ ਢਾਂਚਾ ਹੈ, ਇਹ ਜਿਹੜਾ ਵਿਕਸਿਤ ਹੋਇਆ ਹੈ ਈਸਟ ਇੰਡੀਆ ਕੰਪਨੀ ਦੇ ਰਾਜ ਦੇ ਸਮੇਂ ਜੀ ਤਾਂ ਉਹਦੀ ਇੱਕ ਜਿਹੜੀ ਈਸਟ ਇੰਡੀਆ ਕੰਪਨੀ ਨੇ ਇੱਕ ਜਿਹੜੀ ਕਮੇਟੀ ਬਣਾਈ ਸੀਗੀ ਕਿ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵਿੱਦਿਆ ਜਿਹੜੀ ਹੈ ਹਿੰਦੁਸਤਾਨ, ਕਿਸ ਤਰ੍ਹਾਂ ਦਾ ਵਿਦਿਅਕ ਢਾਂਚਾ ਵਿਕਸਿਤ ਕੀਤਾ ਜਾਏ। ਤਾਂ ਉਹਦਾ ਜਿਹੜਾ ਚੇਅਰਮੈਨ ਸੀਗਾ ਕਮੇਟੀ ਦਾ, ਉਹਦਾ ਨਾਮ ਮਕਾਲੇ ਸੀ। ਤਾਂ ਉਹਨੇ ਹੁਣ ਇੱਕ ਕਿਤਾਬ ਲਿਖ ਕੇ ਆਪਣਾ ਸਾਰਾ ਦੱਸਿਆ ਵੀ ਕੀ ਅਸੀਂ ਚਾਹੁੰਦੇ ਸੀ, ਕੀ ਸਾਡਾ ਮੰਤਵ ਸੀਗਾ ਇੱਥੇ। ਤਾਂ ਉਸਨੇ ਕਿਹਾ ਕਿ ਸਾਡਾ ਮੁੱਖ ਮੰਤਵ ਜਿਹੜਾ ਇਹ ਸੀਗਾ ਕਿ ਇਹ ਲੋਕ ਜਿਹੜੇ ਨੇ ਇਹ ਪੱਛਮ ਪ੍ਰਤੀ ਜਿਹੜੀ ਗੁਲਾਮ ਮਾਨਸਿਕਤਾ ਇਹਨਾਂ 'ਚ ਵਿਕਸਿਤ ਹੋਵੇ, ਉਹਦਾ ਪੱਛਮ ਦੇ ਇਹ ਪ੍ਰਸ਼ੰਸਕ ਬਣ ਔਰ ਆਪਣੀ ਜਿਹੜੀ ਸੱਭਿਆਚਾਰ ਹੈ ਆਪਣੀ ਵਿਰਾਸਤ ਹੈ ਉਹਦੇ ਪ੍ਰਤੀ ਇਹਨਾਂ ਦੇ ਵਿੱਚ ਹੀਨ ਭਾਵਨਾ ਪੈਦਾ ਹੋਏ। ਇਹ ਸਾਡਾ ਮਕਸਦ ਸੀਗਾ। ਔਰ ਅੰਗਰੇਜ਼ ਤਾਂ ਚਲੇ ਗਏ ਪਰ ਉਹ ਜਿਹੜਾ ਢਾਂਚਾ ਵਿਕਸਿਤ ਹੋਇਆ ਉਹ ਅੱਜ ਵੀ ਪੂਰੀ ਤਰ੍ਹਾਂ ਉਹਦੇ ਉਦੇਸ਼ ਕਾਇਮ ਹੈ। ਅੱਜ ਦਾ ਵੀ ਜਿਹੜਾ ਭਾਰਤੀ ਵਿਦਿਅਕ ਢਾਂਚਾ ਹੈ ਮੁੱਖ ਤੌਰ 'ਤੇ ਉਹ ਜੋ ਮਕਾਲੇ ਨੇ ਜੋ ਆਪਣੇ ਮੰਤਵ ਰੱਖੇ ਸੀ ਉਹ ਬੜੀ ਸ਼ਿੱਦਤ ਨਾਲ ਉਹਨਾਂ ਨੂੰ ਅੱਗੇ ਵਧਾ ਰਿਹਾ। ਹਾਲੇ ਕਿ ਸਾਰੀ ਦੁਨੀਆ ਦੇ ਵਿੱਚ ਜਿੰਨੇ ਵੀ ਸਰਵੇਖਣ ਹੋਏ ਆ ਉਹ ਇਹ ਸਾਬਤ ਕਰਦੇ ਆ ਕਿ ਜਿਹੜਾ ਬੱਚੇ ਦੀ ਜਿਹੜੀ ਸ਼ਖਸੀਅਤ ਹੈ ਉਹਦਾ ਵਿਕਾਸ ਸਹੀ ਢੰਗ ਨਾਲ ਤਾਂ ਹੀ ਹੁੰਦਾ ਹੈ ਜੇ ਉਹਦੀ ਜਿਹੜੀ ਵਿੱਦਿਆ ਹੈ ਉਸ ਨੂੰ ਉਹਦੀ ਮਾਂ ਬੋਲੀ 'ਚ ਦਿੱਤੀ ਜਾਵੇ। ਲੇਕਿਨ ਅਸੀਂ ਬੁਨਿਆਦੀ ਤੌਰ 'ਤੇ ਉਹਦੇ ਉਲਟ ਚੱਲ ਰਹੇ ਹਾਂ ਕਿ ਇੱਥੇ ਦਾ ਮਤਲਬ ਜਿਹੜਾ ਹੈਗਾ ਕਿ ਵਿੱਦਿਆ ਤਾਂ ਕੀ ਮਾਂ ਬੋਲੀ 'ਚ ਦੇਣੀ, ਉੱਥੇ ਮਾਂ ਬੋਲੀ ਜਿਹੜੀ ਬੋਲਣੀ ਵੀ ਜਿਹੜੀ ਬੰਦ ਕੀਤੀ ਹੋਈ ਹੈ। ਕਈ ਇਹੋ ਜਿਹੇ ਸਕੂਲ ਹੈ ਉੱਥੇ ਜੁਰਮਾਨਾ ਹੋ ਜਾਂਦਾ ਜੇ ਕੋਈ ਬੱਚਾ ਆਪਣੀ ਮਾਂ ਬੋਲੀ 'ਚ ਗੱਲ ਕਰੇ। ਫਿਰ ਸਾਡੇ ਜਿਹੜੇ ਹੈਗੇ ਇਹੋ ਜਿਹੇ ਮਤਲਬ ਇਹ ਨਹੀਂ ਹੈ ਕਿ ਪੜ੍ਹੇ ਲਿਖੇ ਲੋਕ ਚਾਹੁੰਦੇ ਆ ਕਿ ਸਾਡੇ ਬੱਚੇ ਅੰਗਰੇਜ਼ੀ ਸਕੂਲਾਂ ਜਾਣ।
ਪਿੰਡਾਂ ਦੇ ਅਨਪੜ੍ਹ ਲੋਕ ਵੀ ਕਹਿੰਦੇ ਹੈਗੇ ਕਿ ਸਾਡੇ ਬੱਚੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਨੇ ਆ। ਇੱਕ ਕੁਝ ਸਮਾਂ ਪਹਿਲਾਂ ਜਿਹੜਾ ਹੈ ਇੰਗਲਿਸ਼ ਟ੍ਰਿਬਿਊਨ ਨੇ ਜਿਹੜਾ ਇੱਕ ਸਰਵੇਖਣ ਕੀਤਾ ਸੀਗਾ ਬਠਿੰਡੇ ਦੇ ਪਿੰਡਾਂ ਦੇ ਵਿੱਚ ਜਾ ਕੇ, ਤੇ ਲੋਕਾਂ ਨੂੰ ਪੁੱਛੋ, ਉਹ ਸਾਰੇ ਵੱਡੀ ਬਹੁ ਗਿਣਤੀ ਇਹ ਕਹਿੰਦੇ ਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਅੰਗਰੇਜ਼ੀ ਪੜ੍ਹਨ। ਹੁਣ ਅੱਜ ਜਿਹੜਾ ਅੰਗਰੇਜ਼ੀ ਦੇ ਨਾਲ ਜਿਹੜਾ ਹਰ ਇੱਕ ਜਿਹੜਾ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਆਪਣਾ ਭਵਿੱਖ ਜੁੜਿਆ ਸਮਝਦੇ ਆ, ਕਿਉਂਕਿ ਹਰ ਇੱਕ ਜਿਹੜਾ ਹੈਗਾ ਤਕਰੀਬਨ ਜੇ ਕਹੀਏ ਹਰ ਇੱਕ ਦਾ ਹੀ ਕਹਿ ਸਕਦੇ ਹਾਂ ਕਿ ਵੱਡੀ ਬਹੁ ਗਿਣਤੀ ਦਾ ਇਹ ਹੁਣ ਜ਼ਿੰਦਗੀ ਦਾ ਮੰਤਵ ਹੈ ਕਿ ਕੈਨੇਡਾ ਦਾ ਵੀਜ਼ਾ ਲੱਗੇ ਤੇ ਵੀਜ਼ਾ ਆਈਲੈਟਸ ਕਰਨੀ ਪੈਂਦੀ ਹੈ। ਆਈਲੈਟਸ ਦਾ ਮਤਲਬ ਹੀ ਹੈ ਵੀ ਅੰਗਰੇਜ਼ੀ ਬੋਲੀ। ਤੋ ਆਪਣਾ ਜਿਹੜਾ ਭਵਿੱਖ ਹੈਗਾ ਉਹਦੇ ਨਾਲ ਅਸੀਂ ਉਹਨੂੰ ਮਤਲਬ ਅੰਗਰੇਜ਼ੀ ਬੋਲੀ ਦੇ ਨਾਲ ਜੋੜ ਲਿਆ ਪੱਕੀ ਤਰ੍ਹਾਂ। ਹਾਲੇ ਕਿ ਜਿੰਨੇ ਮਤਲਬ ਜਿਹੜੇ ਸਰਵੇਖਣ ਹੋ ਰਹੇ ਔਰ ਜੋ ਅੱਜ ਜਿਹੜੀ ਸਾਡੇ ਗਰਾਊਂਡ ਰਿਐਲਿਟੀ ਯਥਾਰਥੀ ਧਰਤੀ ਦਾ ਸੱਚ ਹੈ ਉਹ ਬਿਲਕੁਲ ਇਸ ਤੋਂ ਉਲਟ ਦੱਸ ਰਿਹਾ ਕਿ ਜਿਉਂ-ਜਿਉਂ ਸਾਡੇ ਇਹ ਅੰਗਰੇਜ਼ੀ ਪੜ੍ਹ ਕੇ ਆਈਲੈਟਸ ਜਿਹੜਾ, ਕਿਉਂਕਿ ਆਈਲੈਟਸ ਦਾ ਮਤਲਬ ਵੀ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਹੈਗਾ, ਅੰਗਰੇਜ਼ੀ ਬੋਲੀ ਦੀ ਮੁੱਖ ਤੌਰ 'ਤੇ ਜਿਹੜਾ ਅੰਗਰੇਜ਼ੀ ਦਾ ਜਿਹੜਾ ਮਸਲਾ ਹੈਗਾ। ਲੇਕਿਨ ਅੰਗਰੇਜ਼ੀ ਪੜ੍ਹਨਾ ਹੋ ਕੀ ਰਿਹਾ ਕਿ ਸਾਡੇ ਬੱਚੇ ਜਿਹੜੇ ਉਹਨਾਂ ਦਾ ਜਿਹੜਾ ਸਟੇਟਸ ਹੈ ਜਿਹੜਾ ਉਹ ਲਾਈਫ ਦੇ ਵਿੱਚ ਜਿਹੜਾ ਉਹਨਾਂ ਨੂੰ ਹਾਇਰ ਸਟੇਟਸ ਜੋ ਉੱਪਰ ਲੱਗਦਾ ਉਹਨਾਂ ਨੂੰ ਸਥਾਨ ਹਾਸਲ ਹੋ ਰਿਹਾ। ਜਿਹੜੀ ਜੋ ਵੀ ਸਾਡੇ ਕੋਲ ਅੰਕੜੇ ਹੈ ਨੇ ਉਹ ਇਹੀ ਦੱਸ ਰਹੇ ਨੇ ਕਿ ਹੋ ਇਸ ਤੋਂ ਬਿਲਕੁਲ ਉਲਟ ਰਿਹਾ ਹੈ ਵੀ ਸਾਡੇ ਜਿਹੜੇ ਬੱਚਿਆਂ ਦੇ ਬਹੁਤ ਵੱਡੀ ਬਹੁ ਗਿਣਤੀ ਜਿਹੜੀ ਹੈ ਉਹ ਜਾ ਕੇ ਉੱਥੇ ਦਿਹਾੜੀਦਾਰ ਬਣ ਰਹੀ ਹੈ। ਮਤਲਬ ਉਹ ਕੋਈ ਇਹੋ ਜਿਹੇ ਕੰਮ ਨਹੀਂ ਕਰ ਰਹੇ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਕੋਈ ਅੱਛੀ ਮਤਲਬ ਜਿਹੜੀ ਐਜੂਕੇਸ਼ਨ ਦੀ ਲੋੜ ਹੈ, ਜਿਹਦੇ ਵਿੱਚ ਬੇਸ਼ੱਕ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਬੱਚੇ ਜਿਹੜੇ ਉੱਥੇ ਹਾਇਰ ਐਜੂਕੇਸ਼ਨ ਲਈ ਜਾ ਰਹੇ ਆ, ਲੇਕਿਨ ਸਾਰਿਆਂ ਨੂੰ ਪਤਾ ਹੈਗਾ ਕਿ ਹਾਇਰ ਐਜੂਕੇਸ਼ਨ ਤਾਂ ਇੱਕ ਬਹਾਨਾ ਹੈਗਾ। ਬੱਚੇ ਜਿਹੜੇ ਉੱਥੇ PR ਲੈਣ ਜਾ ਰਹੇ ਆ। ਤੋ ਕੈਨੇਡੀਅਨ ਸਰਕਾਰ ਨੇ ਵੀ ਸਪਸ਼ਟ ਕੀਤਾ ਹੋਇਆ ਕਿ ਅਸੀਂ ਉਹਨਾਂ ਕੰਮਾਂ ਲਈ ਇਹਨਾਂ ਨੂੰ ਇੱਥੇ ਲਿਆ ਰਹੇ ਹਾਂ ਜਿਹੜੇ ਕੰਮ ਸਾਡੇ ਲੋਕ ਇੱਥੇ ਕਰਨਾ ਨਹੀਂ ਚਾਹੁੰਦੇ। ਤੋ ਸਭ ਤੋਂ ਉਹਨਾਂ ਤੋਂ ਹੈਗਾ ਟਰੱਕ ਡਰਾਈਵਰ ਹੈ, ਟੈਕਸੀ ਡਰਾਈਵਰ ਹੈ, ਟਾਇਲਟ ਕਲੀਨਿੰਗ ਵਾਲੇ ਬੰਦੇ ਹੈ, ਜਿਹੜੇ ਸਿਕਿਉਰਿਟੀ ਗਾਰਡ ਹੈ, ਪੀਜ਼ਾ ਡਿਲੀਵਰ ਕਰਨੇ, ਇਹ ਜਿਹੀਆਂ ਜਿਹੜੀਆਂ ਜੋਬਸ ਹੈਗੀਆਂ। ਇਹ ਹੁਣ ਇਹਨਾਂ ਜੋਬ 'ਚ ਉੱਥੇ ਮਤਲਬ ਕੋਈ ਅਸੀਂ ਨਹੀਂ ਕਹਿੰਦੇ ਕੋਈ ਕੰਮ ਮਾੜਾ ਹੈਗਾ, ਕੰਮ ਤਾਂ ਹਰ ਇੱਕ ਹੀ ਚੰਗਾ ਹੈ, ਲੇਕਿਨ ਸਵਾਲ ਇਹ ਹੈਗਾ ਕਿ ਬੰਦੇ ਨੂੰ ਉਹ ਕੰਮ ਅੱਛਾ ਲੱਗਦਾ ਜਿਹੜੀ ਉਸ ਦੀ ਸਮਰੱਥਾ ਦੇ ਅਨੁਸਾਰ ਹੋਵੇ। ਜੇ ਬੱਚੇ ਦੇ ਵਿੱਚ ਇਹ ਸਮਰੱਥਾ ਹੈ ਕਿ ਉਹ ਮਤਲਬ ਚੰਗਾ ਕੋਈ ਪ੍ਰੋਫੈਸ਼ਨਲ ਕੰਮ ਕਰ ਸਕਦਾ, ਡਾਕਟਰ ਬਣ ਸਕਦਾ, ਇੰਜੀਨੀਅਰ ਬਣ ਸਕਦਾ, IAS ਅਫਸਰ ਬਣ ਸਕਦਾ, ਮਿਲਟਰੀ ਦਾ ਅਫਸਰ ਬਣ ਸਕਦਾ, ਹੋਰ ਕੋਈ ਪ੍ਰੋਫੈਸਰ ਬਣ ਸਕਦਾ, ਸਾਇੰਟਿਸਟ ਬਣ ਸਕਦਾ। ਅਗਰ ਉਹ ਬੱਚਾ ਜਿਹੜਾ ਹੈਗਾ ਉਹ ਟਰੱਕ ਚਲਾਉਣ ਲੱਗ ਜਾਏ, ਉਹ ਟੈਕਸੀ ਜਾਂ ਟਾਇਲਟ ਲੋਕਾਂ ਦੇ ਕਲੀਨ ਕਰੇ ਜਾਂ ਮਤਲਬ ਕਿਤੇ ਸਿਕਿਉਰਿਟੀ ਗਾਰਡ ਬਣੇ ਜਾਂ ਪੀਜ਼ੇ ਡਿਲੀਵਰ ਕਰੇ, ਤਾਂ ਇਹਦਾ ਮਤਲਬ ਹੈ ਕਿ ਉਸ ਬੱਚੇ ਦਾ ਜਿਹੜਾ ਉਹਦੇ ਵਿੱਚ ਜੋ ਉਹਦੀ ਸਮਰੱਥਾ, ਕੁਦਰਤੀ ਸਮਰੱਥਾ ਸੀਗੀ, ਨੈਚੁਰਲ ਪੋਟੈਂਸ਼ੀਅਲ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿ ਸਕਦੇ ਹਾਂ, ਉਹ ਹਾਸਲ ਨਹੀਂ ਕਰ ਸਕਿਆ। ਹੁਣ ਜਿੰਨਾ ਮਰਜ਼ੀ ਅਸੀਂ ਉਹ ਕਹੇ ਕਿ ਬੱਚੇ ਜੀ ਮੈਂ ਤਾਂ ਇੰਨੇ ਟਰਾਲੇ ਪਾ ਲਏ, ਮੈਂ ਤਾਂ ਆਹ ਕਰ ਲਿਆ, ਲੇਕਿਨ ਕਿਤੇ ਨਾ ਕਿਤੇ ਇਹ ਦੇਖਣ 'ਚ ਮਿਲਦਾ ਹੈਗਾ ਕਿ ਜਦੋਂ ਇਨਸਾਨ ਦੇ ਵਿੱਚ ਇਹ ਭਾਵਨਾ ਆਉਂਦੀ ਹੈ ਕਿ ਮੈਂ ਜੋ ਮੇਰੀ ਸਮਰੱਥਾ ਸੀਗੀ, ਜੋ ਮੇਰੀ ਕੈਪੇਬਿਲਿਟੀ ਸੀ, ਉਹ ਨਹੀਂ ਬਣ ਸਕਿਆ, ਤਾਂ ਉਹ ਕਿਤੇ ਨਾ ਕਿਤੇ ਜਾ ਕੇ ਮਤਲਬ ਕਿਸੇ ਨਾ ਕਿਸੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਤੰਗ ਕਰਦੀ ਹੈ। ਅੱਛਾ, ਪਹਿਲਾਂ ਤਾਂ ਬਹੁਤ ਸਾਰੇ ਜਿਹੜੇ ਬੱਚੇ ਹੈ ਜਿਨ੍ਹਾਂ ਨੂੰ ਇਹ ਕੰਮ ਕਰਨਾ ਪੈਂਦਾ, ਜੋ ਉਹਨਾਂ ਨੂੰ ਜਦੋਂ ਜਾ ਕੇ ਉਹਨਾਂ ਨੂੰ ਇਹ ਹੁੰਦਾ ਵੀ ਇੱਥੇ ਤਾਂ ਇਹ ਹਰ ਇੱਕ ਥਾਂ 'ਤੇ ਪ੍ਰਚਾਰ ਹੋ ਰਿਹਾ, ਜਿੱਥੇ ਮਰਜ਼ੀ ਤੁਸੀਂ ਆਏ ਹੋ ਕਿਤੇ ਵੀ ਕਿਸੇ ਸੜਕ 'ਤੇ ਹਰ ਇੱਕ ਥਾਂ 'ਤੇ ਉਚੇਰੀ ਵਿੱਦਿਆ ਲਈ ਕੈਨੇਡਾ ਜਾਓ, ਆਸਟ੍ਰੇਲੀਆ ਜਾਓ, ਜੋ ਵੀ ਹੈ, ਮਤਲਬ ਉਹਨਾਂ ਨੂੰ ਇੱਕ ਇਹ ਉਚੇਰੀ ਵਿੱਦਿਆ ਦਾ ਉਹਨਾਂ ਨੂੰ ਇਹ ਭਰਮ ਦਿੱਤਾ ਜਾਂਦਾ ਵੀ ਤੁਸੀਂ ਉੱਥੇ ਉਚੇਰੀ ਵਿੱਦਿਆ ਹਾਸਲ ਕਰਨ ਜਾ ਰਹੇ ਹੋ। ਹੁਣ ਸੱਚਾਈ ਇਹ ਹੈਗੀ ਹੈ, ਧਰਾਤਲੀ ਸੱਚਾਈ, ਕਿ 95% ਦੇ ਲਗਭਗ ਬੱਚਿਆਂ ਨੇ ਉੱਥੇ ਉਚੇਰੀ ਵਿੱਦਿਆ ਨਹੀਂ ਹਾਸਲ ਕਰਨੀ। ਤਾਂ ਮਤਲਬ ਜਿਹੜਾ ਕਿ ਜਦੋਂ ਬੰਦਾ ਜੋ ਜਿਸ ਕੰਮ ਲਈ ਜਾਂਦਾ, ਜਦੋਂ ਜਾਂ ਜਿਸ ਉਹਦੇ ਉਦੇਸ਼ ਲਈ ਜਾਂਦਾ, ਜਾਂ ਜਿਸ ਮੰਤਵ ਜਾਂ ਜਿਸ ਉਮੀਦ ਨਾਲ ਜਾਂਦਾ, ਜਿਸ ਆਸ ਨਾਲ ਜਾਂਦਾ, ਜਦੋਂ ਉਹ ਪੂਰੀ ਨਹੀਂ ਹੋਏਗੀ ਤਾਂ ਉਹਦੇ 'ਚੋਂ ਨਿਰਾਸ਼ਾ ਜਿਹੜੀ ਨਿਕਲਦੀ ਹੈ। ਤਾਂ ਇੱਕ ਜ਼ਾਹਰ ਹੈ ਕਿ ਬਹੁਤ ਸਾਰੇ ਇਹ ਜਿਹੜੀ ਨਿਰਾਸ਼ਾ ਹੈਗੀ ਇਹ ਇਕੱਲਾਪਨ ਔਰ ਉਦਾਸੀ ਦੇ ਰੂਪ, ਡਿਪਰੈਸ਼ਨ ਦੇ ਰੂਪ 'ਚ ਜਿਹੜੀ ਸਾਹਮਣੇ ਆ ਰਹੀ ਹੈ। ਔਰ ਇਹ ਇੱਕ ਸੱਚਾਈ ਹੈ ਜਿਹਨੂੰ ਹੁਣ ਜਿਹੜਾ ਇਸ ਸੱਚਾਈ ਨੂੰ ਨਕਾਰਨਾ ਬੜਾ ਮੁਸ਼ਕਿਲ ਹੋ ਗਿਆ ਕਿ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਹੈਗੇ ਆ
ਉਹ ਮਤਲਬ ਜਾ ਕੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ। ਡਾਕਟਰ ਸਾਹਿਬ ਮੈਂ ਇੱਕ ਗੱਲ ਪੁੱਛਣੀ ਹੋਰ ਕਰਨਾ ਚਾਹਾਂਗਾ, ਯੂਰਪ ਦੇ ਵਿੱਚ ਆਪਾਂ ਬਾਤਾਂ ਕਰਾਂ ਵੀ ਇੰਗਲੈਂਡ ਹੈ, ਹਾਂਜੀ ਕੱਲੇ ਇੰਗਲੈਂਡ में अंग्रेजी पढ़ाई जा रही है, उन्होंने अपना आप उन्होंने गुलाम रहे, आप भी आप मिलता लगा जिस तरह मैं लिखा भी आप एक बस्ती इंग्लैंड की इस हाँ, हाँ टाइम जी, हाँ। अमरीका की कह लो, पर यूरोप के किसी मुल्क में फ्रांस है जर्मनी है कोई अंग्रेजी नहीं पढ़ नहीं दिंदा। ਤੁਸੀਂ ਇਹ ਦੇਖੋ ਨਾ, ਜੇ ਆਪਾਂ ਸਮੁੱਚੇ ਤੌਰ ਤੇ ਅੱਜ ਦੁਨੀਆ ਦੇਖਦੇ ਹਾਂ ਤਾਂ ਜਿਹੜੇ ਲੋਕ ਦੇਸ਼ ਜਿਹੜੇ ਜ਼ਿਆਦਾ ਤਰੱਕੀ ਕਰ ਰਹੇ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਜੇ ਕਹੀਏ ਤੁਲਨਾਤਮਕ ਤੌਰ ਤੇ ਵੀ ਠੀਕ ਹੈ ਕਿ ਅੰਗਰੇਜ਼ੀ ਬੋਲਣ ਵਾਲਿਆਂ ਦਾ ਇੰਗਲੈਂਡ ਦਾ ਕਿਸੇ ਵੇਲੇ ਬੜਾ ਜ਼ੋਰ ਸੀ, ਫਿਰ ਅਮਰੀਕਾ ਦਾ ਮਤਲਬ ਉਹ ਵੀ ਅੰਗਰੇਜ਼ੀ ਬੋਲਣ ਵਾਲਾ, ਆਸਟ੍ਰੇਲੀਆ, ਕੈਨੇਡਾ, 4 ਮੁੱਖ ਤੌਰ ਤੇ ਅੰਗਰੇਜ਼ੀ ਬੋਲਣ ਵਾਲੇ। ਤਾਂ ਇਤਿਹਾਸਕ ਤੌਰ ਤੇ ਕਿਉਂਕਿ ਅੰਗਰੇਜ਼ਾਂ ਦਾ ਮਤਲਬ ਬਹੁਤ ਦੇਰ ਦੁਨੀਆ ਤੇ ਦਬਦਬਾ ਰਿਹਾ, ਤਾਂ ਇਹਨਾਂ ਦਾ ਜਿਹੜਾ ਅੰਗਰੇਜ਼ੀ ਬੋਲਣ ਵਾਲਿਆਂ ਦਾ ਅਸੀਂ ਕਹਿ ਸਕਦੇ ਹਾਂ ਵੀ ਸੀਗਾ ਇੱਕ ਦਬਦਬਾ ਦੁਨੀਆ ਤੇ। ਲੇਕਿਨ ਹੁਣ ਦੇ ਜਿਹੜੇ ਹਾਲਾਤ ਨੇ ਅਸੀਂ ਅਗਰ ਦੇਖਦੇ ਹਾਂ ਤਾਂ ਉਹ ਬਿਲਕੁਲ ਉਲਟ ਨੇ ਕਿ ਜਿਹੜੇ ਤੁਲਨਾਤਮਕ ਤੌਰ ਤੇ ਜਿਹੜਾ ਅਮਰੀਕਾ ਜਾਂ ਇੰਗਲੈਂਡ ਹੈ ਜਾਂ ਅੰਗਰੇਜ਼ੀ ਬੋਲਣ ਵਾਲੇ ਦੇਸ਼ ਹੈ ਉਹਨਾਂ ਦਾ ਜਿਹੜਾ ਰਸੂਖ ਹੈ ਜੀ ਉਹ ਦੁਨੀਆ ਤੇ ਘਟ ਰਿਹਾ, ਉਹਨਾਂ ਦੀ ਜਿਹੜੀ ਚੌਧਰ ਹੈ ਘਟ ਰਹੀ ਹੈ। ਜਿਹੜੇ ਅੰਗਰੇਜ਼ੀ ਨਹੀਂ ਬੋਲਦੇ ਮਤਲਬ ਜੇ ਵੱਡੇ ਜਿਹੜੇ ਦੇਸ਼ ਹੈ, ਜੇ ਆਪਾਂ ਦੇਖੀਏ ਇਸ ਵੇਲੇ ਜਿਹੜੀ ਸਪਸ਼ਟ ਹੋ ਗਿਆ ਹੁਣ ਯੂਕਰੇਨ ਦੀ ਲੜਾਈ ਨੇ ਕੋਈ ਮਤਲਬ ਗੁੰਜਾਇਸ਼ ਹੀ ਨਹੀਂ ਛੱਡੀ ਵੀ ਕਿੱਥੇ ਕਿਹੜਾ ਖੜਿਆ ਹੈ, ਦੁਨੀਆ ਕਿੱਥੇ ਖੜੀ ਹੈ। ਹੁਣ ਇਹ ਲੜਾਈ ਕੋਈ ਯੂਕਰੇਨ ਤੇ ਰੂਸ ਦੀ ਤਾਂ ਹੋ ਨਹੀਂ ਰਹੀ, ਲੜਾਈ ਤਾਂ ਮਤਲਬ ਇੱਕ ਪਾਸੇ ਰੂਸ ਹੈ, ਇੱਕ ਪਾਸੇ ਅਮਰੀਕਾ ਤੇ ਸਾਰੇ ਜਿਹੜੇ ਨਾਟੋ ਦੇਸ਼, ਪੱਛਮੀ ਦੇਸ਼ ਸਾਰਾ ਖੜਿਆ ਪੱਛਮ, ਔਰ ਉਹ ਇੰਨਾ ਬੁਰੀ ਤਰ੍ਹਾਂ ਕੁੱਟ ਰਿਹਾ ਇਹਨਾਂ ਨੂੰ, ਕੱਲਾ ਰੂਸ ਇਹਨਾਂ ਨੂੰ ਸਾਰਿਆਂ ਨੂੰ ਕੁੱਟ ਰਿਹਾ ਵੀ ਬੁਰੀ ਹੁਣ ਮਤਲਬ ਇਹ ਜਿਹੀ ਬੁਰੀ ਹੋ ਰਹੀ ਹੈ ਕਿ ਹਰ ਪੱਖੋਂ ਬੁਰੀ ਹੋ ਰਹੀ ਹੈ ਵੀ ਜਿਹੜੀ ਉੱਥੇ ਜਿਹੜੀ ਇਹਨਾਂ ਨੇ ਇੰਨਾ ਹਥਿਆਰ ਉੱਥੇ ਸੁੱਟਿਆ, ਪੈਸਾ ਸੁੱਟਿਆ, ਪੂਰਾ ਇੰਟੈਲੀਜੈਂਸ ਜੋ ਮਤਲਬ ਦਿੱਤੀ ਹੈ ਯੂਕਰੇਨ ਨੂੰ, ਕਿਸੇ ਤਰ੍ਹਾਂ ਵੀ ਕੋਈ ਮਤਲਬ ਇਹਨਾਂ ਨੇ ਛੱਡਿਆ ਹੀ ਨਹੀਂ ਵਸੀਲਾ ਵੀ ਜਿਹਦੇ ਨਾਲ ਯੂਕਰੇਨ ਰੂਸ ਦਾ ਮੁਕਾਬਲਾ ਕਰ ਸਕੇ। ਤਾਂ ਕਹਿਣ ਦਾ ਮੇਰਾ ਮਤਲਬ ਵੀ ਜਦੋਂ ਆਪਾਂ ਅੰਗਰੇਜ਼ੀ ਤੇ ਨੌਨ ਇੰਗਲਿਸ਼ ਸਪੀਕ ਵੀ ਜਿਹੜੇ ਮੁਲਕ ਅੰਗਰੇਜ਼ੀ ਨਹੀਂ ਬੋਲ ਰਹੇ, ਉਹ ਰੂਸ ਅੰਗਰੇਜ਼ੀ ਨਹੀਂ ਬੋਲ ਰਿਹਾ, ਇਹ ਅੰਗਰੇਜ਼ੀ ਬੋਲਣ ਵਾਲੇ ਮੁਲਕ ਨੇ, ਇਹ ਕੁੱਟ ਖਾ ਰਹੇ ਨੇ। ਮਤਲਬ ਜੇ ਅਸੀਂ ਯੂਰਪ ਦੀ ਦੇਖਦੇ ਹਾਂ, ਯੂਰਪ ਦੇ ਵਿੱਚ ਵੀ ਅੱਜ ਜੇ ਇੰਗਲੈਂਡ ਦਾ ਜਿਹੜਾ ਰਸੂਖ ਹੈ ਯੂਰਪ 'ਚ ਘਟੀ ਜਾ ਰਿਹਾ, ਜਰਮਨੀ ਤੇ ਫਰਾਂਸ ਇਸ ਵੇਲੇ ਜੇ ਆਪਾਂ ਕਹੀਏ ਕਿ ਯੂਰਪ ਦਾ ਕੌਣ ਸਿਰ ਕੱਢ ਦੇਸ਼ ਹੈ ਤਾਂ ਇੰਗਲੈਂਡ ਉਹਨਾਂ 'ਚ ਨਹੀਂ ਆਉਂਦਾ। ਮਤਲਬ ਉਹ ਇਹ ਸਾਰਿਆਂ ਨੂੰ ਪਤਾ ਵੀ ਜੇ ਸਾਰਿਆਂ ਤੋਂ ਸਿਰ ਕੱਢ ਦੇਸ਼ ਯੂਰਪ ਦੇ ਅੱਜ ਹੈਗੇ ਨੇ 2 ਤਾਂ ਜਰਮਨੀ ਤੇ ਫਰਾਂਸ ਹੈ। ਉਹ ਤੁਹਾਡੀ ਗੱਲ ਉਹੀ ਹੋ ਗਈ ਨਾ ਕਿ ਜਿਹੜੇ ਅੰਗਰੇਜ਼ੀ ਨਹੀਂ ਬੋਲਦੇ। ਤਾਂ ਜਿਹੜਾ ਸਾਡਾ ਇਹ ਵਹਿਮ ਹੈਗਾ ਕਿ ਅੰਗਰੇਜ਼ੀ ਬੋਲਣ ਨਾਲ ਹੀ ਬੱਚੇ ਦਾ ਭਵਿੱਖ ਬਣਦਾ ਹੈਗਾ ਜਾਂ ਕਿਸੇ ਦੇਸ਼ ਦਾ ਭਵਿੱਖ ਬਣਦਾ ਹੈਗਾ, ਉਹ ਤਾਂ ਹੁਣ ਬਿਲਕੁਲ ਜਿਹੜੀ ਸੰਸਾਰ ਦੀ ਸੱਚਾਈ ਹੈਗੀ ਹੈ ਉਹ ਇਸ ਨੂੰ ਗਲਤ ਸਾਬਤ ਕਰ ਰਹੀ ਹੈ। ਡਾਕਟਰ ਸਾਹਿਬ ਇਸ ਸਾਰੇ ਮਾਮਲੇ में ਇੱਕ ਬਹੁਤ ਉਹ ਹੈ ਕਿ ਆਪਣਾ ਜਿਹੜਾ ਇਤਿਹਾਸ ਹੈ ਜੇਕਰ ਦੇਖਿਆ ਜਾਵੇ ਪੰਜਾਬੀਆਂ ਦਾ ਖਾਸ ਕਰਕੇ ਸਿੱਖ ਆਪਾਂ ਨੇ ਜਿਹੜੀ ਲੜਾਈਆਂ ਜੰਗਾਂ ਲੜੀਆਂ ਕਿ ਕਦੇ ਕਿਸੇ ਦੇ ਸਾਹਮਣੇ ਝੁਕੇ ਨਹੀਂ मैंने गुरु साहब ने गुरमुखी ਨੂੰ ਸੋਧ ਕੇ ਬਾਣੀ ਲਿਖੀ। इसका मतलब ਤਾਂ ਇਹ ਵੀ ਹੈ ਸਭ ਤੋਂ ਬੜਾ ਵੀ ਆਪਾਂ ਆਪਣੇ ਵਿਰਸੇ ਤੇ ਬੁਨਕਰਾਂ ਤੇ ਪਿੱਠ ਦੇ ਰਹੇ ਹਾਂ ਸਾਰੇ ਕਾਸੇ ਨੂੰ। ਦੇਖੋ ਜਿਹੜੀ ਕਿਸੇ ਵੀ ਸੱਭਿਆਚਾਰ ਦਾ ਜਿਹੜਾ ਆਧਾਰ ਹੁੰਦਾ ਹੈ ਉਹਦੀ ਬੋਲੀ ਹੁੰਦੀ ਹੈ। ਤਾਂ ਅਗਰ ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਾਸਤ ਦਾ ਜਿਹੜਾ ਆਧਾਰ ਹੈ ਤਾਂ ਪੰਜਾਬੀ ਬੋਲੀ ਹੈ, ਤਾਂ ਗੁਰਮੁਖੀ ਲਿਪੀ ਹੈ। ਤਾਂ ਜਦੋਂ ਅਸੀਂ ਮਤਲਬ ਜਿਹੜਾ ਆਪਣੀ ਬੋਲੀ, ਆਪਣੀ ਲਿਪੀ ਤੋਂ ਟੁੱਟਾਂਗੇ ਤਾਂ ਅਸੀਂ ਆਪਣੇ ਸੱਭਿਆਚਾਰ, ਆਪਣੇ ਵਿਰਾਸਤ, ਧਰਮ ਤੋਂ ਸਭ ਤੋਂ ਪਹਿਲਾਂ ਧਰਮ ਤੋਂ ਹਰ ਚੀਜ਼ ਤੋਂ ਟੁੱਟਾਂਗੇ। ਹਾਂਜੀ, ਤਾਂ ਇਹ ਜਿਹੜੀ ਚੀਜ਼ ਹੈਗੀ ਇਹ ਸਾਨੂੰ ਮਤਲਬ ਔਰ ਸਾਨੂੰ ਦਿਸ ਰਿਹਾ ਹੈਗਾ ਉਹ ਜਿਹੜਾ ਕਿ ਜੋ ਸਾਡਾ ਕਦਰਾਂ ਕੀਮਤਾਂ ਦਾ ਜੋ ਨਿਗਾਰ ਹੋ ਰਿਹਾ, ਜੋ ਸਾਡਾ ਵੈਲਿਊ ਸਿਸਟਮ ਜਿਹੜਾ ਹੈਗਾ। ਡਾਕਟਰ ਸਾਹਿਬ ਆਪਣੇ ਜਿਸ ਤਰ੍ਹਾਂ ਦਿੱਲੀ ਭਾਜਪਾ ਸਰਕਾਰ ਹੈ ਉਹ ਪਤਾ ਹੀ ਆਪਾਂ ਨੂੰ ਉਹਦਾ ਨਾਰਾ ਕਿਆ ਨਾਰਾ ਲਾ ਰਹੇ ਆ ਉਹ, ਤੇ ਘੱਟ ਗਿਣਤੀਆਂ ਦੇ ਸਭ ਤੋਂ ਬੜੇ ਦੁਸ਼ਮਣ ਕਿਹਾ ਜਾ ਉਹਨਾਂ ਨੂੰ। ਪਰ ਇੱਕ ਬੜੀ ਦਿਲਚਸਪ ਗੱਲ ਹੈ ਵੀ ਹਿਮਾਚਲ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਵੈਸੇ ਤਾਂ ਉਹਨਾਂ ਦੀ ਬੋਲੀ ਹਰਿਆਣਵੀ ਪਰ ਚਲੋ हिंदी मीडियम है, हिमाचल में हिंदी मीडियम है, लेकिन पंजाब के विच ਜਿਹੜੇ हमारे लोग कहा भी हमें तो कहा 2 तरह के गुलाम थे, पहला राजे के गुलाम थे फिर राजा रानी का गुलाम था। तो ये बंद कैप्टन अमरिंदर सिंह ने पंजाब के विच सब तो बड़ा हल्ला, बंदे कहा जो कोई काम नहीं करके गया, वो सब तो बड़ा काम कर गया। सरकारी स्कूलों के मत्थे के उपर उसने कलंक लाया, उपर लिखा इंग्लिश मीडियम एलीमेंटरी स्कूल। हुण नवां खड़ा है भी सरकारी स्कूल में भी ये ऐलान है, उरे तो फेसबुक पर भड़का हमें हरी सिंह नलूए के वारस हैं, हमें बाबा बंदा सिंह बहादुर के वारस हैं। तो हैरान होएंगे सरकारी स्कूल में सत श्री अकाल कहने पर पाबंदी लगी है, तो इत्थे नियाणे नूं कहा गया भी वो मास्टर नूं गुड मॉर्निंग कहेंगे, तो गुड मॉर्निंग कर रहे हैं, विश कर रहे हैं। मतलब कि सरकारी स्कूलों के भी जो नियाणे मेरे वर्गे महातड़ा के पढ़ रहे थे उन्होंने तो भी पंजाबी खोली वो बंदे ने। इस बहुत खतरनाक खेड पंजाब में होया है। देखो ਜਿਹੜੀ ਜਦੋਂ ਤੁਹਾਡੇ ਤੋਂ ਬੋਲੀ ਖੁੱਸ ਗਈ
ਤਾਂ ਤੁਹਾਡਾ ਜਿਹੜਾ ਸੱਭਿਆਚਾਰ, ਤੁਹਾਡੀਆਂ ਕਦਰਾਂ ਕੀਮਤਾਂ, ਤੁਹਾਡਾ ਸਵੈਮਾਨ ਜਿਹੜੇ ਤੁਹਾਡੀ ਵਿਰਾਸਤ, ਸਭ ਕੁਝ ਬੋਲੀ ਖੁਸ਼ਣ ਦੇ ਨਾਲ ਸਭ ਕੁਝ ਚਲਾ ਜਾਂਦਾ ਹੈਗਾ। ਠੀਕ ਹੈ, ਮੈਂ ਤਾਂ ਬਹੁਤ ਲੰਬਾ ਸਮਾਂ ਮਤਲਬ ਬਾਹਰ ਦੇਖਿਆ ਹੈਗਾ, ਮਤਲਬ ਜਿਹੜਾ ਮੈਂ 40 ਸਾਲ ਰਿਹਾ ਹੈਗਾ ਅਮਰੀਕਾ 'ਚ, ਕੈਨੇਡਾ 'ਚ ਵੀ ਮੇਰਾ ਬਹੁਤ ਆਉਣਾ ਜਾਣਾ ਸੀ, ਇੰਗਲੈਂਡ, ਯੂਰਪ, ਜਿੱਥੇ ਪੰਜਾਬੀਆਂ ਦੀ ਵੱਡੀ ਗਿਣਤੀ ਹੈ। ਤਾਂ ਮੈਂ ਤਾਂ ਦੇਖਿਆ ਹੈਗਾ ਕਿ ਕੀ ਹੁੰਦਾ ਜਦੋਂ ਬੋਲੀ ਚਲੀ ਜਾਂਦੀ ਹੈ। ਤਾਂ ਪਹਿਲੇ ਹੀ ਜਿਹੜਾ ਹੈਗਾ ਜਨਰੇਸ਼ਨ ਦੇ ਜਿਹੜੇ ਉੱਥੇ ਬੱਚੇ ਜੰਮਦੇ, ਉਹਨਾਂ 'ਚੋਂ ਬਹੁਤ ਸਾਰੇ ਬੱਚੇ ਉਹ ਕਹਿੰਦੇ ਜੀ ਅਸੀਂ ਸਮਝ ਤਾਂ ਲੈਂਦੇ ਹਾਂ ਪੰਜਾਬੀ, ਪਰ ਅਸੀਂ ਬੋਲ ਨਹੀਂ ਸਕਦੇ ਕਈ ਵਾਰ। ਲੇਕਿਨ ਉਹਨਾਂ ਦੇ ਜਿਹੜੇ ਅੱਗੋਂ ਬੱਚੇ ਹੈਗੇ ਆ ਨਾ, ਉਹ ਬਹੁਤ ਸਾਰੇ ਕੋਈ ਟਾਵਾਂ ਹੋਏਗਾ ਜਿਹਨੇ ਮਤਲਬ ਪੰਜਾਬੀ ਸਿਖਾਈ ਹੈ, ਨਹੀਂ ਤਾਂ ਉਹ ਕਹਿੰਦੇ ਕਿ ਨਾ ਅਸੀਂ ਬੋਲ ਸਕਦੇ, ਨਾ ਸਮਝ ਸਕਦੇ। ਹੁਣ ਤੁਸੀਂ ਹੈਰਾਨ ਹੋ ਜਾਓਗੇ ਵੀ ਜਿਹੜੇ ਜੇ ਕੋਈ ਜਿਹਨੂੰ ਆਪਾਂ ਥਰਡ ਜਨਰੇਸ਼ਨ ਕਹਿੰਦੇ, ਤੀਜੀ ਜਨਰੇਸ਼ਨ, ਜਿਹੜਾ ਤੁਹਾਡਾ ਜਿਹੜਾ ਹੈਗਾ ਕਿ ਕਿਸ ਤਰ੍ਹਾਂ ਅਗਰ ਬੋਲੀ ਖੋਲ੍ਹੋ ਤੇ ਮਤਲਬ ਉਹਦਾ ਫਿਰ ਕੀ ਜਿਹੜਾ ਸੱਭਿਆਚਾਰ, ਕਦਰਾਂ ਕੀਮਤਾਂ, ਬੰਦੇ ਦੀ ਪਛਾਣ ਉਹ ਕਿੱਦਾਂ ਦੀ ਬਣਦੀ ਹੈ, ਤੁਸੀਂ ਪਛਾਣ ਹੀ ਨਹੀਂ ਸਕਦੇ। ਜਿਹੜੇ ਮੈਂ ਘੱਟੋ ਘੱਟ ਮੈਂ ਤੀਜੀ ਜਿਹੜੇ ਜਨਰੇਸ਼ਨ ਹੁੰਦੀ ਨਾ, ਤੀਜੀ ਪੀੜ੍ਹੀ ਉੱਥੇ ਜਾ ਕੇ ਜਿਹੜੀ ਆਪਣੀ ਬੋਲੀ ਤੋਂ ਪੂਰੀ ਤਰ੍ਹਾਂ ਦੂਰ ਹੋ ਜਾਂਦੀ ਹੈ, ਉਹਨਾਂ ਨੂੰ ਤੁਸੀਂ ਮਤਲਬ ਜੇ ਤੁਹਾਨੂੰ ਇਹ ਮਤਲਬ ਮੈਂ ਨਹੀਂ ਪਛਾਣ ਸਕਿਆ। ਮੈਂ ਡਾਕਟਰ ਸਾਹਿਬ ਹੁਣ ਤਾਂ ਜਿਸ ਤਰ੍ਹਾਂ ਤਾਂ ਬਾਤ ਕਰ ਰਹੇ, ਅਮਰੀਕਾ ਜਾਣੇ ਦੀ ਲੋੜ ਨਹੀਂ, ਉਰੇ ਸਕੂਲ ਇਹੀ ਕੰਮ ਕਰ ਰਹੇ ਸਾਰਾ ਦਿਨ। ਇਹ ਸਕੂਲ ਜਿਸ ਤਰ੍ਹਾਂ ਕਹਾ ਵੀ ਹਿਟਲਰ ਬੁੱਚੜਖਾਨੇ ਬਣਾਏ ਵੇ ਤੇ ਯਹੂਦੀਆਂ ਨੂੰ ਮਾਰਦਾ ਤਾ, ਇਹ ਪੈਸੇ ਲੈ ਕੇ ਮਾਰ ਰਹੇ ਲੋਕ, ਲਾਈਨ में लगे ਵੀ ਮਾਰੇ ਨਿਆਣੇ ਨੂੰ ਅੰਦਰ ਪਾੜੋ ਛੇਤੀ। ਤਾਂ ਗੱਲ ਇਹ ਹੋ ਗਈ ਨਾ ਜੀ, ਇਹ ਜਿਹੜੀ ਗੱਲ ਹੈ ਇਹ ਹੈ ਗਲੋਬਲਾਈਜੇਸ਼ਨ। ਕਿ ਗਲੋਬਲਾਈਜੇਸ਼ਨ ਜਿਹੜੀ ਹੈਗੀ ਹੈ, ਇਹ ਮਤਲਬ ਗਲੋਬਲਾਈਜੇਸ਼ਨ ਜਿਹੜੀ ਹੈ ਇਸ ਨੇ ਜਿਹੜਾ ਦੂਜੀਆਂ ਜਿਹੜੀਆਂ ਸੱਭਿਅਤਾਵਾਂ, ਸੱਭਿਆਚਾਰ ਨੇ, ਦੂਜੀਆਂ ਕਦਰਾਂ ਕਿ ਉਹਨਾਂ ਦੇ ਪੋਚਾ ਫੇਰਦਾ। ਅਸਲ ਦੇ ਵਿੱਚ ਜਿਹੜੀ ਗਲੋਬਲਾਈਜੇਸ਼ਨ ਹੈ ਨਾ ਮੌਜੂਦਾ ਜਿਹੜੀ, ਇਹ ਗਲੋਬਲਾਈਜੇਸ਼ਨ ਜਿਹੜੀ ਹੈਗੀ ਹੈ, ਮੈਂ ਇਹਨੂੰ ਕਹਿੰਦਾ ਵੀ ਇਹ ਸਾਮਰਾਜੀ ਗਲੋਬਲਾਈਜੇਸ਼ਨ ਹੈ। ਹੱਲਾ ਹੈ ਤਾਂ, ਹਾਂਜੀ ਹੱਲਾ ਹੈ, ਸਾਮਰਾਜੀ ਹਮਲਾ ਹੈ। ਇਹ ਮਤਲਬ ਗਲੋਬਲਾਈਜੇਸ਼ਨ ਦੇ ਰੂਪ, ਇਹ ਜਿਹੜਾ ਅਜੋਕਾ ਵਿਸ਼ਵੀਕਰਨ, ਸੰਸਾਰੀਕਰਨ ਜਾਂ ਅਜੋਕਾ ਗਲੋਬਲਾਈਜੇਸ਼ਨ ਜਿਹੜਾ ਹੈਗਾ, ਇਹ ਸਾਮਰਾਜੀ ਹਮਲਾ ਹੈਗਾ ਸਾਡੇ ਦੂਜੇ ਸੱਭਿਆਚਾਰਾਂ 'ਤੇ ਜਿਹੜਾ ਹੈਗਾ। ਡਾਕਟਰ ਸਾਹਿਬ ਤੁਹਾਨੂੰ ਲੱਗਾ ਵੀ ਸੰਸਾਰ ਪੱਧਰ 'ਤੇ ਕੋਈ ਮੋੜਾ ਪੈ ਸਕਾ ਇਹ ਸਾਰੇ ਕਾਸੇ ਨੂੰ? ਨਾ ਮੋੜਾ ਪੈ ਸਕੇ ਨਹੀਂ, ਮੋੜਾ ਤਾਂ ਪੈ ਗਿਆ। ਤੁਸੀਂ ਦੇਖਣਾ ਕਿ ਇਹ ਦੇਖ ਲੈਣਾ ਕਿ ਆਹ ਜਿਹੜਾ ਯੂਕਰੇਨ ਰੂਸ ਦੀ ਲੜਾਈ ਹੈ, ਇਹਦੇ ਤੋਂ ਬਾਅਦ, ਇਸ ਲੜਾਈ ਤੋਂ ਬਾਅਦ ਦੁਨੀਆ ਬਦਲ ਜਾਣੀ ਹੈ ਬਿਲਕੁਲ। ਜਿਹੜਾ ਸਾਰਾ ਢਾਂਚਾ ਹੀ ਬਦਲ ਜਾਣਾ। ਜਿੰਨੇ ਜਿਹੜੀ ਪੱਛਮੀ ਦੇਸ਼ਾਂ ਦੀ, ਸਾਮਰਾਜੀ ਦੇਸ਼ਾਂ ਦੀ ਜਿਹੜੀ ਹੈਗੀ ਹੈ, ਜਿਹੜੀ ਉਹਨਾਂ ਦਾ ਜਿਹੜਾ ਬੋਲਬਾਲਾ ਜਾਂ ਚੌਧਰ ਹੈ ਦੁਨੀਆ 'ਤੇ, ਇਹ ਲੜਾਈ ਨੇ ਖ਼ਤਮ ਕਰ ਦੇਣੀ ਹੈ। ਇਹਨਾਂ ਦਾਣੇ ਮੁੱਕ ਜਾਣੇ ਆ, ਮਤਲਬ ਬਹੁਤ ਬੁਰੀ ਹੋਣੀ ਹੈ। ਤੁਸੀਂ ਇਹ ਦੇਖਣਾ ਜਰਾ। अच्छा डॉक्टर साहब मैं एक बात पूछने जाऊँगा भी थानू क्या लगा भी एक न्याणे नूं जब आपां दूसरी बोली के विच पढ़ा रहे हैं, अपनी बोली में नहीं पढ़ा रहे, थमें तो सरकारी स्कूलों पढ़े होने जब? हाँ जी, हाँ जी, पंजाबी में पढ़े होने? हाँ जी, हाँ जी। फिर डॉक्टर बने? मैं कल्ला नहीं जी, मैं बहुत सारे देखे बच्चे उस वेले। नहीं मैं जी एक बात करना चाह रहा था कि थानू क्या लगा भी वो न्याणा क्या बन जा जी आपां उसकी बोली में नहीं पढ़ा रहे, किसी गैर बोली में पढ़ा रही। पहला बात कर रहा था भी कैप्टन अमरिंदर ने वो सरकारी स्कूलों में जो मातरा के न्याणे थे उन्होंने लखा से बोली खोली, अंग्रेजी मीडियम वाला मरिया वा सप उन्होंने गल पा दिया। तो थानू क्या लगा भी थमें पढ़े हैं भी ये किस तरह होंदा बोली में, किस तरह न्याणा विकसा वो तरक्की करा? देखो जी, पहली तो गल जिवें मैं तुहानू कहा हैगा कि ਜਿਹੜੇ बहुत सारे सर्वेखण हैगे ने सारी दुनिया 'ਚ ਹੋਏ ਆ, ਜਿਹਦੇ 'ਚ ਇਹ ਸਾਬਤ ਹੁੰਦਾ ਹੈਗਾ ਕਿ ਬੱਚੇ ਦੀ ਜਿਹੜੀ ਉਹਦੀ ਸ਼ਖਸੀਅਤ ਦਾ ਜਿਹੜਾ ਵਿਕਾਸ ਹੈਗਾ, ਉਹ ਮਤਲਬ ਜਿਹੜਾ ਉਹ ਆਪਣੀ ਮਾਂ ਬੋਲੀ 'ਚ ਹੀ ਹੁੰਦਾ ਹੈਗਾ, ਪੂਰਨ ਵਿਕਾਸ ਜਿਹੜਾ। ਪਹਿਲੀ ਗੱਲ। ਦੂਜੀ ਗੱਲ ਕਿ ਆਪਾਂ ਹਿੰਦੁਸਤਾਨ ਦਾ ਹੀ ਤਜਰਬਾ ਦੇਖਦੇ ਹਾਂ, ਜਦੋਂ ਤੋਂ ਅੰਗਰੇਜ਼ੀ ਦਾ ਬੋਲਬਾਲਾ ਹੋਇਆ, ਇਹ ਉਦੋਂ ਹੋਇਆ ਜਦੋਂ ਮੁੱਖ ਤੌਰ 'ਤੇ ਜੇ ਆਪਾਂ ਪੰਜਾਬ 'ਚ ਵੀ ਦੇਖਦੇ ਹਾਂ, ਜਦੋਂ ਵਿੱਦਿਆ ਦਾ ਜਿਹੜਾ ਨਿੱਜੀਕਰਨ, ਵਪਾਰੀਕਰਨ ਔਰ ਮੰਡੀਕਰਨ ਹੋਇਆ ਵੱਡੇ ਪੱਧਰ 'ਤੇ, ਜਿਹਨੂੰ ਪ੍ਰਾਈਵੇਟਾਈਜੇਸ਼ਨ ਅਤੇ ਮਤਲਬ ਜਿਹੜਾ ਮਾਰਕੀਟਾਈਜੇਸ਼ਨ, ਕਮਰਸ਼ੀਅਲਾਈਜੇਸ਼ਨ ਆਫ ਐਜੂਕੇਸ਼ਨ ਹੋ ਗਿਆ। ਤਾਂ ਉਹਦੇ ਨਾਲ ਕੀ ਹੋਇਆ ਹੈਗਾ ਕਿ ਜਿਹੜੇ ਪਹਿਲਾਂ ਜਦੋਂ ਮੈਂ ਦੇਖਿਆ, ਜਦੋਂ ਮੈਂ ਪੜ੍ਹਿਆ ਹੈਗਾ, ਤਾਂ ਉਦੋਂ ਪੰਜਾਬੀ 'ਚ ਪੜ੍ਹਾਇਆ ਜਾਂਦਾ ਸੀਗਾ, ਤਾਂ ਬਹੁਤ ਸਾਰੇ ਬੱਚੇ ਜਿਹੜੇ ਹੈਗੇ, ਜਿਹੜੇ ਸਧਾਰਨ ਘਰਾਂ ਦੇ ਬੱਚੇ ਸੀਗੇ, ਉਹ ਬੱਚੇ ਲਾਇਕ ਬੱਚੇ ਸੀਗੇ। ਤਾਂ ਉਹ ਲਾਇਕ ਬੱਚੇ, ਉਹਨਾਂ ਦਾ ਕੁਛ ਨਾ ਕੁਛ ਬਣ ਗਿਆ, ਉਹ ਡਾਕਟਰ ਬਣ ਗਏ, ਹੋਰ ਅੱਛੇ ਪ੍ਰੋਫੈਸ਼ਨ ਚਲੇ ਗਏ, ਕਿ IAS ਅਫਸਰ ਬਣ ਗਏ, ਦੂਜੇ ਤੀਜੇ। ਹੁਣ ਅੱਜ ਤਾਂ ਜਿਹੜਾ ਹੈਗਾ ਮਤਲਬ ਜਿਹੜਾ ਸਧਾਰਨ ਘਰ ਦੇ ਬੱਚਿਆਂ ਦਾ ਤਾਂ ਐਜੂਕੇਸ਼ਨ ਖੋਹ ਹੀ ਲਈ ਹੈ। ਹੁਣ ਜਿਹੜੇ ਕੋਈ ਮਾੜੇ ਮੋਟੇ ਜੇ ਕੋਈ ਬੱਚੇ ਨੇ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ, ਤਾਂ ਉੱਥੇ ਮਤਲਬ ਕੌਣ ਪੜ੍ਹਦਾ? ਉੱਥੇ ਜ਼ਿਆਦਾ ਵਿਚਾਰੇ ਜਿਹੜੇ ਬਹੁਤ ਹੀ ਜਿਹੜੇ ਗਰੀਬ, ਜਿਹੜੇ ਜਾਂ
ਪ੍ਰਵਾਸੀ ਜਿਹੜੇ ਜਾਂ ਜੇ ਮਤਲਬ ਜਿਹੜੇ ਭਈਆ ਜੇ ਕਹਿ ਲਈਏ ਉਹਨਾਂ ਦੇ ਬੱਚੇ ਜ਼ਿਆਦਾ, ਆਪਣੇ ਬੱਚੇ ਤਾਂ ਜਿੱਥੇ ਜਿਹਦੇ ਕੋਲ ਵੀ ਸਮਰੱਥਾ ਹੈਗੀ ਮਾੜੀ ਮੋਟੀ ਕਹਿੰਦਾ ਮੈਂ ਤਾਂ ਬੱਚੇ ਨੂੰ ਅੰਗਰੇਜ਼ੀ ਸਕੂਲ ਪਾਉਣਾ ਹੈਗਾ। ਲੇਕਿਨ ਹੋਇਆ ਕੀ ਹੈ ਕਿ ਜਿਉਂ-ਜਿਉਂ ਅਸੀਂ ਸਾਡੇ ਬੱਚੇ ਜ਼ਿਆਦਾ ਅੰਗਰੇਜ਼ੀ ਸਕੂਲਾਂ 'ਚ ਗਏ ਆ, ਤਾਂ ਤੁਸੀਂ ਦੇਖੋ ਜਿਹੜੀਆਂ ਚੰਗੀਆਂ ਵੀ ਜੇ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਕਿ ਸਾਡੀ ਜਿਹੜੀ ਪ੍ਰਤੀਨਿਧਤਾ ਹੈਗੀ IAS ਅਫਸਰਾਂ ਦੇ ਵਿੱਚ ਕਿੰਨੇ ਪੰਜਾਬੀ ਜਿਹੜੇ ਜਾ ਰਹੇ ਹੁਣ, ਪਹਿਲਾਂ ਕਿੰਨੇ ਜਾਂਦੇ ਸੀਗੇ? ਪਹਿਲਾਂ ਮੈਂ ਆਮ ਦੇਖਿਆ ਗਿਆ ਵੀ DC SSP ਆਪਣੇ ਪੰਜਾਬ ਦੇ ਹੁੰਦੇ ਸੀ। ਹੁਣ ਤੁਸੀਂ ਦੇਖੋ, ਹੁਣ ਦੇਖੋ, ਮੇਰਾ ਕਹਿਣ ਦਾ ਮਤਲਬ ਹੈ ਕੋਈ ਵੀ ਸਰਵੇਖਣ ਆਪਾਂ ਸਟੱਡੀ ਕਰਕੇ ਸਾਬਤ ਕਰ ਸਕਦੇ ਹਾਂ ਕਿ ਪੰਜਾਬੀਆਂ ਦੀ ਜਿਹੜੀ ਪ੍ਰਤੀਨਿਧਤਾ ਹੈਗੀ ਆ, ਹਾਂਜੀ, ਪੰਜਾਬੀਆਂ ਦੀ ਰਿਪਰੈਜ਼ੈਂਟੇਸ਼ਨ ਹੈਗੀ ਚੰਗੀਆਂ ਜੌਬ ਦੇ ਵਿੱਚ IAS ਦੇ ਵਿੱਚ ਘਟੀ ਆ। ਜੇ ਆਰਮੀ ਦੇ ਜਿਹੜੇ ਮਤਲਬ ਜੇ ਵੱਡੀਆਂ ਜਾਂ 에ਅਰ ਫੋਰਸ ਦੇ ਕੋਈ ਲੈ ਲਓ ਜਿਹੜੀਆਂ ਵੱਡੀਆਂ ਜਿਹੜੀਆਂ, ਔਰ ਸਾਡੀ ਕੀ ਬਣੀ ਹੈ ਕਿ ਅਸੀਂ ਪੜ੍ਹ ਲਿਖ ਕੇ ਅੰਗਰੇਜ਼ੀ ਪੜ੍ਹ ਕੇ ਤੇ ਅਸੀਂ ਮਤਲਬ ਜਾ ਕੇ ਜਿਹਨੂੰ ਆ ਤੇ ਕੈਨੇਡਾ ਜਾ ਕੇ ਅੰਡਰ ਕਲਾਸ ਕਿ ਮੈਂ ਕੈਨੇਡਾ ਦੀ ਗੱਲ ਤਾਂ ਕਰ ਰਿਹਾ ਕਿ 70% ਜਿਹੜੇ ਲੋਕ ਹੈ ਆਪਣੇ ਜਾ ਰਹੇ ਨੇ ਬਾਹਰ, ਉਹ ਮਤਲਬ ਜਿਹੜੇ ਹਰ ਇੱਕ ਪੰਜਾਬੀ ਦਾ ਅੱਜ ਦਾ ਲਗਭਗ ਹਰ ਇੱਕ ਦਾ ਇਹੀ ਸੁਪਨਾ ਹੈਗਾ ਕਿ ਮੈਂ ਬਾਹਰ ਜਾਣਾ ਹੈਗਾ। ਤੋ ਜੇ ਆਪਾਂ ਦੇਖੀਏ ਉਹਨਾਂ 'ਚੋਂ ਵੀ 70% ਨੇ ਕੈਨੇਡਾ ਜਾਣਾ, ਤਾਂ ਮੈਂ ਕੈਨੇਡਾ ਦੀ ਗੱਲ ਜ਼ਿਆਦਾ ਕਰ ਰਿਹਾ। ਮਤਲਬ ਤੋ ਕੀ ਬਣ ਰਿਹਾ ਕਿ ਪੜ੍ਹਾਈ ਸਾਡੀ ਜਿਹੜੀ ਹੈ ਉਹ ਸਾਨੂੰ ਮਤਲਬ ਉੱਥੇ ਜ਼ਿਆਦਾ ਜਿਹੜੀ ਵੱਡੀ ਬਹੁ ਗਿਣਤੀ ਦਿਹਾੜੀਦਾਰ ਬਣ ਰਹੀ ਹੈ ਇੱਕ ਤਰ੍ਹਾਂ ਦੀ। ਅਤੇ ਉਹ ਮਤਲਬ ਫਿਰ ਕੀ ਹੋਇਆ ਵੀ ਸਾਨੂੰ ਅੰਗਰੇਜ਼ੀ ਨੇ ਸਾਨੂੰ ਇੱਕ ਜੇ ਆਪਾਂ ਸਮੁੱਚੇ ਤੌਰ 'ਤੇ ਦੇਖੀਏ ਵੀ ਅਸੀਂ ਜੇ ਅਸੀਂ ਕਹਿ ਲਈਏ ਕਿ ਅਸੀਂ ਇੱਕ ਅੰਡਰ ਕਲਾਸ ਬਣੇ ਹਾਂ ਉੱਥੇ ਜਾ ਕੇ, ਇੱਕ ਇਹਨੂੰ ਕਹਿੰਦੇ ਨੇ ਅੰਡਰ ਕਲਾਸ, ਜਿਹਦੀ ਵੱਡੀ ਬਹੁ ਗਿਣਤੀ ਉਹੋ ਜਿਹੇ ਕੰਮ ਕਰਦੀ ਹੈ ਜਿਹੜੇ ਮਤਲਬ ਜਿਹੜੀ ਉੱਥੋਂ ਦੇ ਲੋਕ ਜਿਹੜੇ ਨਹੀਂ ਕਰਨਾ ਚਾਹੁੰਦੇ, ਅਤੇ ਉਹਨੂੰ ਆਪਾਂ ਇਹਦਾ ਨਾਂ ਅੰਗਰੇਜ਼ੀ 'ਚ ਅੰਡਰ ਕਲਾਸ ਹੈ, ਜੇ ਆਪਾਂ ਪੰਜਾਬੀ 'ਚ ਕਹਿ ਲਈਏ ਤਾਂ ਥੱਲੜੀ ਸ਼੍ਰੇਣੀ ਬਣਦੀ ਹੈ। ਤੋ ਇਹਦਾ ਮਤਲਬ ਜਿਹੜਾ ਇਹ ਸੀਗਾ ਵੀ ਅੰਗਰੇਜ਼ੀ ਨਾਲ ਸਾਡੇ ਬੜੇ ਮਤਲਬ ਵਧੀਆ ਸਾਨੂੰ ਪੋਜੀਸ਼ਨ ਅਫਸਰਾਂ ਦੇ ਬਣਤਾ ਸੀ, ਦਿਹਾੜੀਦਾਰ ਬਣ ਰਹੇ ਆ। ਤੋ ਇਹ ਥੀਸਿਸ ਤਾਂ ਤੁਹਾਡੇ ਸਾਹਮਣੇ ਆ। ਉਹ ਜਿਹੜੇ ਮੈਂ ਦੇਖਿਆ ਜੀ ਆਪਣੇ ਬਿਹਾਰ ਦੇ ਵਿੱਚ ਨਾ ਮੈਨੂੰ ਇੱਕ ਮਿਲਿਆ ਬਿਹਾਰ ਦਾ, ਉਹ ਕਹਿੰਦਾ ਹमें ਫਿजिक्स केमिस्ट्री +2 ਸਾਰੀ ਸਾਇੰਸ ਹਿੰਦੀ ਮੀਡੀਅਮ ਹੈ, ਤੇ ਉਧਰ ਸਾਰੇ IAS ਫਲਾਣਾ ਸਾਰੇ ਬਿਹਾਰ UP ਤੇ ਅੱਜ ਤੁਸੀਂ ਦੇਖ ਲਓ ਪੰਜਾਬ 'ਚ ਦੇਖ ਲਓ ਸਾਰੇ। ਅਸੀਂ ਹੁਣ ਪਟਨੇ ਗਏ ਜੀ, ਹੁਣ ਪਟਨਾ ਸ਼ਹਿਰ ਜਿਹੜਾ ਪੰਜਾਬ ਦੇ ਕਿਸੇ ਸ਼ਹਿਰ ਨਾਲੋਂ ਵੱਡਾ ਸ਼ਹਿਰ ਹੈ, ਲੇਕਿਨ ਤੁਸੀਂ ਮੈਨੂੰ ਪੰਜਾਬ 'ਚ ਕੋਈ ਸ਼ਹਿਰ ਦੀ ਤਾਂ ਗੱਲ ਹੀ ਛੱਡੋ, ਕੋਈ ਕਸਬਾ ਜਾਂ ਪਿੰਡ ਹੀ ਦਿਖਾ ਦਿਓ ਜਿੱਥੇ ਤੁਹਾਨੂੰ IELTS ਦੇ ਨਾਮ ਮਤਲਬ ਉੱਥੇ ਮਿਲਣ ਸਾਈਨ ਵੀ। ਇੱਥੇ ਹੁਣ ਪਟਨਾ ਐਡਾ ਵੱਡਾ ਸ਼ਹਿਰ ਹੈ ਹਾਂਜੀ, ਤਾਂ ਅਸੀਂ ਉੱਥੇ ਮਤਲਬ ਗੁਰੂ ਸਾਹਿਬ ਦੇ ਉੱਥੇ ਗੁਰੂ ਗੋਬਿੰਦ ਸਿੰਘ ਦਾ ਤੁਹਾਨੂੰ ਪਤਾ ਵੀ ਉੱਥੇ ਉਹਨਾਂ ਦਾ ਜਨਮ ਸਥਾਨ ਹੈ ਸ਼ਾਇਦ ਉਹ ਜਿਹੜਾ ਹੈਗਾ, ਤਾਂ ਉਹਨਾਂ ਦੇ ਜਨਮ ਨਾਲ ਸੰਬੰਧਿਤ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਨੇ ਪਟਨੇ ਦੇ ਵਿੱਚ, ਜਿਹੜੇ ਕਿ ਲਗਭਗ ਪਟਨੇ ਦੇ ਹਰ ਇੱਕ ਦਿਸ਼ਾ ਦੇ ਵਿੱਚ ਫੈਲੇ ਹੋਏ ਆ। ਤਾਂ ਜੇ ਤੁਸੀਂ ਮਤਲਬ ਸਾਰੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰੋਗੇ ਤਾਂ ਤੁਹਾਨੂੰ ਪਟਨੇ ਦੇ ਹਰ ਹਿੱਸੇ 'ਚ ਜਾਣਾ ਪਏਗਾ। ਤਾਂ ਅਸੀਂ ਲਗਭਗ ਸਾਰਾ ਪਟਨਾ ਜਿਹੜਾ ਨਾ ਮਤਲਬ ਉਹਦੇ ਨਾਲ ਲੱਗਦਾ ਇਲਾਕਾ ਘੁੰਮਿਆ। ਤੁਸੀਂ ਹੈਰਾਨ ਹੋਗੇ ਕਿ ਇੱਕ ਵੀ ਸਾਨੂੰ IELTS ਦਾ ਸਾਈਨ ਨਹੀਂ ਦਿਸਿਆ। ਕੀ ਸਾਨੂੰ ਸਾਈਨ ਦਿਸੇ ਉੱਥੇ ਲਿਖਿਆ ਹੋਇਆ ਸੀ ਕਿ ਅਸੀਂ IAS ਸਾਡੀ ਜਿਹੜੀ ਕਹਿ ਲਓ ਅਕੈਡਮੀ ਜੋ ਵੀ ਹੈ ਇੱਥੇ ਦੇ, ਉਹ ਕਹਿੰਦੇ ਕਿ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ IAS ਅਫਸਰ ਸਾਡੀ ਅਕੈਡਮੀ ਨੇ ਪੈਦਾ ਕੀਤੇ ਆ। ਤੇ ਕਿਹਾ ਜਾ ਵੀ ਜਿਹੜੇ ਮੰਤਰੀ ਸੰਤਰੀ ਇਹਦਾ ਮਾਤੜ ਮਹਿਕਮਾ ਹੋਇਆ, ਇਹਨਾਂ ਨੂੰ ਬਹੁਤਿਆਂ ਨੂੰ ਪਤਾ ਨਾ ਸਤਾ ਵੀ ਸਾਰਾ IAS ਚਲਾ ਰਹੇ ਦੇਸ਼ ਨੂੰ। ਹਾਂਜੀ, ਤੇ ਚਲਾ ਹੀ ਹੋ ਰਹੇ IAS ਚਲਾ ਰਹੇ ਆ। ਇਹਦਾ ਮਤਲਬ ਤਾਂ ਦੇਸ਼ ਪਰ ਕਬਜ਼ਾ ਉਹਨਾਂ ਦਾ। ਹੁਣ ਦੇਖੋ ਜੀ ਗੱਲ ਇਹ ਆ, ਜੋ ਮਰਜ਼ੀ ਕਈ ਲੋਕਾਂ ਨੂੰ ਇਹ ਗੱਲ ਮਤਲਬ ਕੌੜੀ ਵੀ ਲੱਗਦੀ, ਉਹ ਕਹਿੰਦੇ, ਉਹ ਮੈਂ ਕਿਹਾ ਭਾਈ ਇੱਕ ਅੰਗਰੇਜ਼ਾਂ ਨੇ ਇਹੋ ਜਿਹਾ ਸਿਸਟਮ ਬਣਾ ਦਿੱਤਾ ਕਿ ਜਿਹੜਾ DC ਹੈਗਾ IAS DC, ਮੈਂ ਕਿਹਾ ਵੀ ਜੇ ਕਿਸੇ ਕੋਲ ਅਸਲੀ ਪਾਵਰ ਹੈਗੀ ਆ ਤਾਂ ਜ਼ਿਲ੍ਹੇ ਦੇ ਵਿੱਚ ਤਾਂ ਉਹਦੇ ਕੋਲ ਹੈਗੀ ਆ, DC ਕੋਲ ਹੈਗੀ। ਇਹ ਸੱਚਾਈ ਹੈ ਮਤਲਬ, ਕਿਉਂਕਿ DC ਕੋਲ ਸਾਰੀਆਂ ਜਿਹੜੀਆਂ ਪਾਵਰ ਆ ਜਾਣ, ਜਿੱਦਾਂ ਜਿਹਨੂੰ ਕਹਿੰਦਾ ਐਗਜ਼ੈਕਟਿਵ, ਲੈਜਿਸਲੇਟਿਵ, ਜੁਡੀਸ਼ੀਅਲ ਪਾਵਰ, ਸਾਰੀਆਂ ਪਾਵਰ ਕਿਸੇ ਹੋਰ ਬੰਦੇ ਕੋਲ ਨਹੀਂ ਹੈਗੀਆਂ, DC ਕੋਲ ਹੈਗੀਆਂ ਜ਼ਿਲ੍ਹੇ ਦੇ ਵਿੱਚ। ਇੱਥੇ ਤੱਕ ਮੈਂ ਤੁਹਾਨੂੰ, ਤੁਸੀਂ ਹੁਣ ਮੋਹਾਲੀ ਤੋਂ ਆਏ, ਚਲੋ ਚੰਡੀਗੜ੍ਹ ਦੇ ਇਲਾਕੇ ਦਾ, ਜਦੋਂ ਪਹਿਲਾਂ ਜਿਹੜਾ ਚੰਡੀਗੜ੍ਹ ਜਦੋਂ ਯੂਨੀਅਨ ਟੈਰੀਟਰੀ ਨਹੀਂ ਸੀਗਾ, ਤਾਂ ਚੰਡੀਗੜ੍ਹ ਮਤਲਬ ਪੰਜਾਬ ਦਾ ਹਿੱਸਾ, ਸਮੁੱਚੇ ਪੰਜਾਬ ਦਾ ਹਿੱਸਾ ਸੀ, ਸਾਂਝੇ ਪੰਜਾਬ ਦਾ ਹਿੱਸਾ ਸੀ, ਤਾਂ ਕਿਹੜਾ ਜ਼ਿਲ੍ਹਾ ਪੈਂਦਾ ਸੀ? ਅੰਬਾਲਾ। ਹਾਂਜੀ, ਹੁਣ ਤੁਸੀਂ ਇੱਥੋਂ ਹੀ ਦੇਖੋ ਕਿ DC ਕੋਲ ਕਿੰਨੀ ਪਾਵਰ ਹੁੰਦੀ ਹੈ। ਹੁਣ ਚੰਡੀਗੜ੍ਹ ਰਾਜਧਾਨੀ ਸੀ ਪੰਜਾਬ ਦੀ, ਉੱਥੇ ਚੀਫ ਮਿਨਿਸਟਰ ਹੈ, ਸਾਰੀ ਕੈਬਨਿਟ ਮਿਨਿਸਟਰ ਹੈ, ਨਾਲੇ ਗਵਰਨਰ ਹੈ। ਲੇਕਿਨ ਚੰਡੀਗੜ੍ਹ ਦੇ ਵਿੱਚ ਜੋ ਛੁੱਟੀ ਡਿਕਲੇਅਰ ਕਰਨੀ ਹੈ ਤਾਂ ਕੌਣ ਕਰਦਾ ਸੀ? DC, ਅੰਬਾਲੇ ਦਾ DC ਕਰਦਾ ਸੀ। ਇਹ ਹੈ ਅੰਗਰੇਜ਼ਾਂ ਦਾ ਢਾਂਚਾ ਬਣਾਇਆ ਹੋਇਆ। ਮਹਿੰਦਰ ਸਿੰਘ ਰੰਧਾਵਾ ਮੇਰਾ ਕਮਿਸ਼ਨਰ ਰਹੇ ਅੰਬਾਲੇ ਕੇ, ਉਹਨਾਂ ਕੇ ਟਾਈਮ ਦਿੱਲੀ ਕੇ ਰਹੇ।
ਤੇ ਕਿੰਨੀਆਂ ਤਾਕਤਾਂ ਦੀ ਪੰਜਾਬ ਮੈਂ ਕਿੰਨਾ ਕੰਮ ਕਰਿਆ ਉਹਨਾਂ ਕਿੰਨਾ ਦਿੱਲੀ 'ਚ ਦਿੱਲੀ ਜਿੰਨੇ ਪੰਜਾਬੀਆਂ ਨੂੰ ਚੰਡੀਗੜ੍ਹ ਦਾ ਜਿੰਨੇ ਲੇਖਕਾਂ ਨੂੰ ਤੁਸੀਂ ਦੇਖੋ ਕਿਸੇ ਉਹਨਾਂ ਨੇ ਦਿੱਤੀਆਂ ਜਿੰਨੇ ਜੇ ਪੰਜਾਬੀ ਅੱਜ ਹਰ ਇੱਕ ਚੀਜ਼। ਯਾਰ ਮੈਂ ਨਾ ਉਹਨਾਂ ਦੀ ਇੱਕ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਬਹੁਤ ਕਮਾਲ ਦੀ ਬਾਤ ਲਿਖੀ ਹੈ ਉਹਨਾਂ ਬਾਰੇ। ਕਹਿੰਦੇ ਵੀ ਉਹਨਾਂ ਦੇ ਸਾਹਮਣੇ ਜੇ ਕੋਈ ਬੰਦਾ ਅੰਗਰੇਜ਼ੀ ਬੋਲਦਾ ਤਾਂ ਕਹਿੰਦੇ ਅੰਗਰੇਜ਼ੀ ਮੈਨੂੰ ਬਹੁਤ ਆਉਂਦੀ, ਪੰਜਾਬੀ 'ਚ ਗੱਲ ਕਰ। ਸੋ ਸਾਡੇ ਮਤਲਬ ਐਡੇ ਵੱਡੇ ਮਤਲਬ ਪੰਜਾਬੀ ਦੇ ਪੈਰੋਕਾਰ ਪਿਆਰੇ। ਔਰ ਤੁਸੀਂ ਦੇਖੋ ਉਹ ਬੰਦੇ ਨੂੰ ਨਾ ਮਤਲਬ ਉਹਨਾਂ ਦੀ ਕਿ ਪੰਜਾਬੀਆਂ ਨੂੰ ਦਿੱਲੀ 'ਚ ਸੈਟਲ ਕਰਾਉਣ ਵਾਲਾ ਸਾਰੇ ਹਾਂਜੀ ਡੀਸੀ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਜਿਹੜਾ ਪੰਜਾਬੀਆਂ ਨੂੰ ਇੱਕ ਪੰਜਾਬੀ ਨੂੰ ਮਤਲਬ ਅੱਛਾ ਲੁਧਿਆਣੇ ਯੂਨੀਵਰਸਿਟੀ ਜੋ ਬਣਾਇਆ ਜਾਏ ਘਰ ਉਹਨਾਂ ਦੀ ਦੇਣ ਹੈ ਤਾਂ ਮੇਰੇ ਕੋਲ ਤਾਕਤ ਹੀ ਇਹੀ ਹੈ ਨਾ ਜੀ। ਜਿਹੜੇ ਲੋਕ ਕਹਿੰਦੇ ਜੀ ਡੀਸੀ ਦੇ ਦੂਜੀ ਅਸਲ ਤਾਂ ਇਹੀ ਚਲਾਉਂਦੇ ਤਾਂ ਇਹ ਢਾਂਚਾ ਜੇ ਨਾ ਸਰਕਾਰ ਤੋਂ ਜਦੋਂ ਅਸੀਂ ਆਈਐਸ ਦੇ ਵਿੱਚ ਜਿਹਨਾਂ ਦਾ ਕਬਜ਼ਾ ਹੋ ਗਿਆ ਅਸਲ ਦੇ ਵਿੱਚ ਤਾਂ ਦੇਸ਼ ਉਹੀ ਰਨ ਕਰ ਰਹੇ ਆ। ਹੁਣ ਜਿਹੜੇ ਉਰੇ ਆਪਣੇ ਡੀਸੀ ਆ ਸਾਰੇ ਬਾਹਰ ਕਈ ਬਹੁਤ ਉਰੇ ਪੰਜਾਬ ਦਾ ਹੈ ਨਾ ਪੰਜਾਬ ਦੇ ਸੱਭਿਆਚਾਰ ਦਾ ਪਤਾ ਉਹਨਾਂ ਨੇ ਫਿਰ ਆਪਣੇ ਖਿਲਾਫ ਹੀ ਚੱਲਣਾ। ਹਾਂਜੀ ਤੁਸੀਂ ਇੱਥੋਂ ਹੀ ਪਤਾ ਲੱਗ ਰਿਹਾ ਨਾ ਕਿ ਪੰਜਾਬ ਦੇ ਵਿੱਚ ਅੱਜ ਡੀਸੀ ਜ਼ਿਆਦਾ ਕਿੱਥੋਂ ਦੇ ਨੇ ਤਾਂ ਉੱਥੋਂ ਦੇ ਹੀ ਹੋਣਗੇ ਜਿੱਥੇ ਦੇ ਆਈਐਸ ਅਫਸਰ ਜ਼ਿਆਦਾ ਬਣਦੇ ਆ। ਉਹੀ ਮੈਂ ਤੁਹਾਨੂੰ ਕਹਿੰਦਾ ਪਟਨੇ ਤਾਂ ਉਹ ਕਹਿੰਦੇ ਨੇ ਕਿ ਸਾਡੇ ਸਾਰਿਆਂ ਤੋਂ ਜ਼ਿਆਦਾ ਦੇਸ਼ ਦੇ ਵਿੱਚ ਆਈਐਸ ਅਸੀਂ ਪੈਦਾ ਕਰ ਰਹੇ ਹਾਂ। ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਅਸੀਂ ਆਈਲੈਟਸ ਪੈਦਾ ਕਰ ਰਹੇ ਹਾਂ ਇੱਥੇ 10+2 ਇੱਕ ਅੰਦਾਜ਼ੇ ਦੇ ਅਨੁਸਾਰ 15,000 ਤੋਂ ਜ਼ਿਆਦਾ ਆਈਲੈਟ ਸੈਂਟਰ ਪੰਜਾਬ ਦੇ ਵਿੱਚ ਹੈਗੇ ਆ। ਔਰ ਪੰਜਾਬ ਦੇ ਵਿੱਚ ਸਾਡੀ ਜਿਹੜੀ ਔਰ ਆਈਲੈਟਸ ਦਾ ਮਤਲਬ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ ਨਾ ਤਾਂ 2% ਪੰਜਾਬ ਦੀ ਆਬਾਦੀ ਹੈ ਆਪਣੀ ਹਾਂਜੀ। ਤਾਂ ਮੇਰਾ ਇਹ ਦਾਅਵਾ ਹੈਗਾ ਕਿ ਜਿੰਨੇ ਪੰਜਾਬ 'ਚ ਆਈਲੈਟ ਸੈਂਟਰ ਹੈਗੇ ਆ ਉਹਨੇ ਸਾਰੇ ਹਿੰਦੁਸਤਾਨ 'ਚ ਮਿਲਾ ਕੇ ਨਹੀਂ ਹੈਗੇ। ਤਾਂ ਇਹਦਾ ਮਤਲਬ 98% ਲਈ ਜਿੰਨੇ ਸੈਂਟਰ ਉਹਦੇ ਤੋਂ ਜ਼ਿਆਦਾ ਸਿਰਫ 2% ਵਸੋਂ ਵਾਸਤੇ ਜਿਹੜਾ ਤਾਂ ਅੰਗਰੇਜ਼ੀ ਦਾ ਜੋ ਮਤਲਬ ਜਨੂਨ ਪੰਜਾਬ 'ਚ ਹੈਗਾ ਇਹ ਕਿਤੇ ਦੁਨੀਆ 'ਚ ਤੁਹਾਨੂੰ ਦੇਖਣ ਨੂੰ ਮਿਲ ਨਹੀਂ ਸਕਦਾ। ਉਹ ਅਫਜ਼ਲ ਸਾਹਿਰ ਹੈ ਨਾ ਲਾਹੌਰ ਵਾਲਾ ਮੈਨੂੰ ਉਸਕਾ ਬਹੁਤ ਯਾਦ ਆਵਾ ਸ਼ੇਰ ਕਿਉਂਕਿ ਪਰਲੇ ਪੰਜਾਬ में भी उन्होंने पंजाबी खत्म करी अंग्रेजियों ने उर्दू वाला मरिया बस सप उन्होंने गल पाते बोली कोई गलत नहीं होंगी पर जब कोई बंदा गुलामी के तौर पर अपने गल में पा ले तो सप है वो चाहे अंग्रेजी है चाहे हिंदी चाहे उर्दू कोई है। हाँ जी तो उन्हें लिखा है कहना वो असी अखां मल मल वेखीए कि खेडां होईयां किते शेरां वर्गे सूरमे अज भेडां होईयां सो भेडां बन गए। वो तो है देखो नहीं जी ਜਿਹੜਾ ਸ਼ੇਰ ਔਰ ਜਿਹੜਾ ਭੇਡ ਹੈ ਹੁਣ ਇਹ ਜਿਸਮਾਨੀ ਤਾਕਤ ਨਾਲ ਨਹੀਂ ਹੁੰਦਾ ਨਾ ਬੰਦਾ ਜਿਸਮਾਨੀ ਤਾਕਤ ਨਾਲ ਸ਼ੇਰ ਬਣਦਾ ਤੇ ਨਾ ਭੇਡ ਬਣਦਾ ਦਿਮਾਗ ਤੇ ਚੱਲਦਾ। ਇਹ ਮਤਲਬ ਉਹਦੇ ਮਨ ਦੀ ਅਵਸਥਾ ਹੈਗੀ। ਜਿਹੜਾ ਬੰਦਾ ਗੁਲਾਮ ਹੈ ਉਹ ਭੇਡ ਹੀ ਬਣੇਗਾ ਉਹ ਸ਼ੇਰ ਨਹੀਂ ਬਣ ਸਕਦਾ। ਸ਼ੇਰ ਬਣਨ ਲਈ ਬੰਦੇ ਨੂੰ ਆਜ਼ਾਦ ਹੋਣਾ ਪੈਂਦਾ ਹੈ। ਆਜ਼ਾਦ ਮਾਨਸਿਕਤਾ ਵਿਕਸਿਤ ਕਰਨ ਲਈ ਉਹਨੂੰ ਆਪਣੀ ਮਾਂ ਬੋਲੀ ਦੇ ਵਿੱਚ ਜਿਹੜਾ ਹੈਗਾ ਉਹਦੇ ਨਾਲ ਜੁੜਨਾ ਪੈਂਦਾ। ਜਿਹੜਾ ਬੰਦਾ ਮਾਂ ਬੋਲੀ ਨੂੰ ਛੱਡ ਗਿਆ ਉਹ ਮਤਲਬ ਉਹ ਗੁਲਾਮ ਹੀ ਬਣ ਸਕਦਾ ਹੈ ਉਹ ਆਜ਼ਾਦ ਨਹੀਂ ਬਣ ਸਕਦਾ। ਉਹ ਸ਼ੇਰ ਨਹੀਂ ਬਣੇਗਾ ਉਹ ਭੇਡ ਹੀ ਬਣੇਗਾ ਫਿਰ। ਤਾਂ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਤਾਂ ਮੈਂ ਤਾਂ ਪੂਰੀ ਤਰ੍ਹਾਂ ਸਹਿਮਤ ਹਾਂ ਇਸ ਗੱਲ ਨਾਲ। ਮੈਂ ਤਾਂ ਹੰਡਾਇਆ ਮਤਲਬ ਅਸੀਂ ਮਤਲਬ ਲੋਕਾਂ ਨੂੰ ਤਾਂ ਇੱਥੇ ਜੋ ਮਰਜ਼ੀ ਝੂਠ ਪਰੋਸਿਆ ਜਾ ਰਿਹਾ। ਜਿੱਦਾਂ ਮੈਂ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਜਿਹੜਾ ਹੈਗਾ ਆਪਾਂ ਇਹ ਗੱਲ ਕਰ ਰਹੇ ਨੇ ਜੀ ਇੱਥੇ ਜੀ ਖਨਨ ਇੱਥੇ ਮਾਫੀਆ ਹੈਗਾ ਇੱਥੇ ਕੇਬਲ ਮਾਫੀਆ ਇੱਥੇ ਟਰਾਂਸਪੋਰਟ ਮਾਫੀਆ ਇਹ ਸਾਰੇ ਮਾਫੀਆ ਦੀ ਗੱਲ ਤਾਂ ਹੁੰਦੀ ਹੈ ਪਰ ਜਿਹੜਾ ਸਭ ਤੋਂ ਵੱਡਾ ਮਾਫੀਆ ਉਹਦੀ ਅਸੀਂ ਗੱਲ ਨਹੀਂ ਕਰ ਰਹੇ ਉਹ ਹੈ ਪ੍ਰਵਾਸ ਮਾਫੀਆ ਜਿਹੜਾ ਇੱਥੇ ਜਿਹਦਾ ਅਰਬਾਂ ਦਾ ਇਹ ਤਾਂ ਕਹਿੰਦੇ 30,000 ਕਰੋੜ ਕੋਈ 40,000 ਕਰੋੜ ਜਿਹੜਾ ਪ੍ਰਵਾਸ ਦਾ ਮਾਫੀਆ ਅਰਬਾਂ ਦਾ ਮਾਫੀਆ ਹੈਗਾ। ਤਾਂ ਉਹ ਮਤਲਬ ਇਸ ਵੇਲੇ ਉਹਦਾ ਜਿਹੜਾ ਪ੍ਰਵਾਸ ਅਤੇ ਅੰਗਰੇਜ਼ੀ ਬੋਲੀ ਦਾ ਜਿਹੜਾ ਹੁਣ ਇੱਕ ਮੇਲ ਹੋ ਗਿਆ ਹੈਗਾ ਕਿ ਪ੍ਰਵਾਸ ਆਈਲੈਟਸ ਅੰਗਰੇਜ਼ੀ ਬੋਲੀ। तो अंग्रेजी बोली ने तो सानू पूरी तरह ਜਿਹੜਾ ਹੈਗਾ ਜਕੜ ਦਿੱਤਾ ਹੈ। ਸੋ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਥਾਰੀ ਥਾਨਾ ਮਾਨੂਰ ਇੰਨੇ ਵਧੀਆ ਉਸਕੇ ਵਿੱਚ ਦਰਖਤ ਹੈ ਕੋਇਲ ਬੋਲ ਰਹੀ ਹੈ ਤੇ ਇਹ ਚੀਜ਼ਾਂ ਸਾਰੀਆਂ ਗਵਾ ਬੈਠੇ ਬਹੁਤ ਧੰਨਵਾਦ ਥਾਰਾ। तो कोयल बोल रही है पंछी बोल रहे हैं अपनी कुदरती बोली बोल रहे हैं अपनी बोली बोल रहे हैं ਤਾਂ ਹੀ ਆਜ਼ਾਦ ਹੈ। ਡਾਕਟਰ ਸਾਹਿਬ ਮੈਂ ਵੀ ਤਾਂ ਹੀ ਦੇਖ ਲਿਓ ਮੈਂ ਉਹ ਬੋਲੀ ਬੋਲ ਰਿਹਾ ਹਮਾਰੇ ਇਲਾਕੇ ਮਾ ਤਾਂ ਹਮਾਰੀ ਬੋਲੀ ਕੋਈ ਨਹੀਂ ਪਤਾ ਲੱਗਿਆ ਤੇ ਹਮਾਰੇ ਲੋਕ ਆਪ ਹੀ ਕਹਾਂ ਵੀ ਇਹ ਤਾਂ ਬਹੁਤ ਘਟੀਆ ਬੋਲੀ ਹੈ ਮਤਲਬ ਕਿੰਨੇ ਲੋਕ ਘਟੀਆ ਬਣਕਮ ਬੜੇ ਵੇ। सो दोस्तों ले भी थाने सुनिया सारा कुछ अंग्रेजी मारी मुक्ति नहीं अंग्रेजी मारी तबाही का कारण बनेगी और बन रही है। अंग्रेजी सीखना डॉक्टर साहब मैं एक बात कही करा भी सीखना होर चीज़ है गुलामी करना होर चीज़ है। बिल्कुल किसी बंदे ने कहा टू लर्न अ लैंग्वेज एंड बिकम अ स्लेव ऑफ अ लैंग्वेज टोटली डिफरेंट थिंग्स। मैं तो अंग्रेजी ਨੂੰ ਬਹੁਤ ਇੱਕ ਬੋਲੀ ਨੂੰ ਬਹੁਤ ਪਸੰਦ ਕਰਦਾ ਅੰਗਰੇਜ਼ੀ को। ਮੈਂ ਦੇਖੋ ਮੈਂ ਆਪਣੀ ਯੂਨੀਵਰਸਿਟੀ ਸਭ ਤੋਂ ਜ਼ਿਆਦਾ ਮੈਂ ਉੱਥੋਂ ਮਤਲਬ ਮੈਂ ਟੌਪ ਕੀਤਾ ਅੰਗਰੇਜ਼ੀ ਬੋਲੀ 'ਚ ਤਾਂ ਮੈਨੂੰ ਮੈਂ ਅੰਗਰੇਜ਼ੀ ਦਾ ਲੇਖਕ ਵੀ ਹਾਂ ਮੈਂ ਅੰਗਰੇਜ਼ੀ ਕਿਤਾਬਾਂ ਲਿਖੀਆਂ ਲੇਕਿਨ ਮੈਂ ਅੰਗਰੇਜ਼ੀ ਬੋਲੀ ਕੋਈ ਮਾੜੀ ਗੱਲ ਨਹੀਂ ਕੋਈ ਬੋਲੀ ਸਿੱਖਣਾ ਚਾਹੇ ਫਰੈਂਚ ਸਿੱਖ ਜਿੰਨੀਆਂ ਕਈ ਬੰਦੇ ਹੁਣ ਯੂਰਪ ਦੇ ਵਿੱਚ 5-5 6-6 ਬੋਲੀਆਂ ਜਾਣਦੇ ਆ ਜਿੰਨੀਆਂ ਮਰਜ਼ੀ ਲੇਕਿਨ ਸਵਾਲ ਇਹ ਹੈਗਾ
ਕਿ ਅੰਗਰੇਜ਼ੀ ਬੋਲੀ ਨੂੰ ਆਪਣੀ ਮਾਂ ਬੋਲੀ ਦੀ ਜਗ੍ਹਾ ਦੇਣੀ ਜਿਹੜੀ ਹੈਗੀ ਹੈ, ਇਹ ਮੈਂ ਕਦੇ ਬਰਦਾਸ਼ਤ ਪੰਜਾਬ ਮੈਂ ਹੋ ਰਿਹਾ ਸਾਰਾ ਕੁਝ। ਇਸ ਦੇ ਮੈਂ ਖਿਲਾਫ ਹਾਂ। ਮੈਂ ਅੰਗਰੇਜ਼ੀ ਬੋਲੀ ਸਿੱਖਣ ਦੇ ਬਿਲਕੁਲ ਖਿਲਾਫ ਨਹੀਂ, ਨਾ ਮੈਂ ਕਹਿੰਦਾ ਕੋਈ ਅੰਗਰੇਜ਼ੀ ਕੋਈ ਮਾੜੀ ਬੋਲੀ, ਕੋਈ ਬੋਲੀ ਮਾੜੀ ਹੋ ਹੀ ਨਹੀਂ ਸਕਦੀ। ਆਖਰ ਕੋਈ ਵੀ ਬੋਲੀ ਲੋਕਾਂ ਨੇ। ਡਾਕਟਰ ਸਾਹਿਬ ਮੈਂ ਵੀ ਇੱਕ ਬਾਤ ਦੱਸ ਦਿਆਂ, ਮੈਂ ਵੀ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਿਆ, ਮੈਨੂੰ ਲਿਖਣ ਵਾਲੀ ਅੰਗਰੇਜ਼ੀ ਤਾਂ ਨਹੀਂ ਇੰਨੀ ਵਧੀਆ ਗ੍ਰਾਮਰ ਨਹੀਂ ਬਈ, ਬੋਲਣ ਵਾਲੀ ਮੇਰੀ ਅੰਗਰੇਜ਼ੀ ਫਰਾਟੇਦਾਰ ਹੈ ਪਰ ਮੈਂ ਆਪਣੀ ਬੋਲੀ ਬੋਲਦੇ ਹੋਏ ਦੂਆ ਸ਼ਬਦ ਬੋਲਾਂ ਸਿਰਫ ਘਟੀਆ ਬਣਾਉ, ਸਭ ਤੋਂ ਮਾੜੀ ਗੱਲ ਹੈ। ਬਿਲਕੁਲ ਆਪਾਂ ਕੋਈ ਇਹ ਬਿਲਕੁਲ ਆਪਾਂ ਸਪਸ਼ਟ ਹੈ ਇਸ ਗੱਲ ਦੇ ਉੱਪਰ ਵੀ ਅਸੀਂ ਕਿਸੇ ਬੋਲੀ ਦੇ ਵਿਰੁੱਧ ਨਹੀਂ ਹੈਗੇ, ਕਿ ਅਸੀਂ ਬੋਲੀ ਹਰ ਇੱਕ ਜਿਹੜੀ ਹੈ ਸਤਿਕਾਰਤ ਹੈ। ਹਰ ਇੱਕ ਬੋਲੀ, ਜਿੰਨੀਆਂ ਵੀ ਬੋਲੀਆਂ ਸਿੱਖ ਲਓ ਚੰਗੀ ਗੱਲ ਹੈ, ਜਿੰਨੀਆਂ ਵੀ ਕੋਈ ਬੰਦਾ ਸਿੱਖ ਸਕਦਾ ਚੰਗੀ ਗੱਲ ਹੈ, ਲੇਕਿਨ ਆਪਣੀ ਮਾਂ ਬੋਲੀ ਛੱਡ ਕੇ ਦੂਜੀ ਬੋਲੀ ਅਪਣਾਉਣਾ ਜਿਹੜਾ ਹੈਗਾ ਇਹ ਬਹੁਤ ਮਾੜੀ ਗੱਲ ਹੈ। ਇਹ ਗੁਲਾਮ ਮਾਨਸਿਕਤਾ ਹੈ, ਇਹ ਗੁਲਾਮ। ਸੋ ਲੈ ਵੀ ਦੋਸਤੋ, थाने सुनिया तो मेरा ख्याल है भी शायद मैं समझ आ जाएगा भी अंग्रेजी मारे पर करेगा बहुत बड़ा हमला है। कॉन्वेंट स्कूल पिछे पटियाला रियासत के फरजंद जिस तरह मैं जिक्र कर रहा, सरकारी स्कूलों के विच भी माँ बोली में पढ़ने का हक खो लिया गया तो हज़ारां लखां जिहड़े न्याणे हैगे वो अंग्रेजी मीडियम में पढ़ाए जा रहे हैं। बकाले जिस तरह कहे था भी थानू इन्ना गुलाम बनाया जाएगा, तो मैं खुद कहेंगे भी अंग्रेजी हमारी मुक्ति कराएगी, जबकि अंग्रेजी हमारा कब्रस्तान बनेगी। यही सच अज के समय का। सो बस इन्ना ही, जिउंदे रहो, रब राखा। सत श्री अकाल।